नमस्कार आदाब सत श्री अकाल चैनल पंजाबी देख रहे ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪਿੰਦਰ ਕੌਰ ਤੇ ਹਾਜ਼ਰਾਂ ਲੈ ਕੇ ਦੇਸ਼ ਵਿਦੇਸ਼ ਅਤੇ ਪ੍ਰਵਾਸੀਆਂ ਨਾਲ ਜੁੜੀਆਂ ਕੁਝ ਖਾਸ ਖਬਰਾਂ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸੁਰਖੀਆਂ ਤੇ। ਪਾਸਪੋਰਟ ਸੰਬੰਧੀ ਕੈਨੇਡੀਅਨਸ ਨੂੰ ਹੋ ਰਹੀ ਦੇਰ ਨੂੰ ਖਤਮ ਕਰਨ ਲਈ ਸਰਵਿਸ ਕੈਨੇਡਾ ਨੇ ਵਧਾਇਆ ਸਟਾਫ। 300 ਸੈਂਟਰਾਂ ਉੱਤੇ ਹੋਰ ਪਾਸਪੋਰਟ ਕਾਊਂਟਰ ਵੀ ਖੋਲੇ। ओंटारियो ते क्यूबेक च ड्राइविंग लाइसेंस दी धोखाधड़ी च 6 पंजाबी गिरफ्तार। लगभग 200 फर्जी लाइसेंसां दी कीती पहचान। डिपोर्टेशन दी कगार ते पुजे प्रवासियां लई अहम खबर। 2.5 ਲੱਖ ਤੋਂ ਵੱਧ ਬੱਚਿਆਂ ਨੂੰ ਨਾਗਰਿਕਤਾ ਦੇਣ ਲਈ ਉੱਠੀ ਮੰਗ। ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ। ਸ਼ੁਰੂਆਤ ਵਿੱਚ ਗੱਲ ਕਰਾਂਗੇ ਕੈਨੇਡਾ ਤੋਂ ਆਈ ਖਬਰ ਦੇ ਨਾਲ। ਨਵੇਂ ਤੇ ਮੁੜ ਰਿਨਿਊਅਲ ਪਾਸਪੋਰਟ ਚਾਹੁਣ ਵਾਲੇ ਕੈਨੇਡੀਅਨਸ ਨੂੰ ਹੋ ਰਹੀ ਦੇਰ ਨੂੰ ਖਤਮ ਕਰਨ ਲਈ ਸਰਵਿਸ ਕੈਨੇਡਾ ਨੇ ਆਪਣੇ ਪਾਸਪੋਰਟ ਸਰਵਿਸ ਕਾਊਂਟਰਾਂ ਉੱਤੇ ਸਟਾਫ ਵਧਾ ਦਿੱਤਾ ਹੈ। ਇਹ ਕਦਮ ਗਰਮੀਆਂ ਵਿੱਚ ਟਰੈਵਲ ਸੀਜ਼ਨ ਨੂੰ ਵੇਖਦਿਆਂ ਹੋਇਆ ਚੁੱਕਿਆ ਜਾ ਰਿਹਾ ਹੈ, ਪਰ ਟਰੈਵਲਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਵੀ ਲੰਮੀ ਉਡੀਕ ਕਰਨ ਦੇ ਸਮੇਂ ਅਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਏਜੰਸੀ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਜਿੰਨੇ ਵੀ ਪਾਸਪੋਰਟ ਸਰਵਿਸ ਕਾਊਂਟਰ ਕੋਵਿਡ-19 ਕਾਰਨ ਬੰਦ ਕਰ ਦਿੱਤੇ ਗਏ ਸਨ, ਉਹਨਾਂ ਨੂੰ ਮੁੜ ਖੋਲ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਸਮਰੱਥਾ ਵਿੱਚ 40% ਦੀ ਵਾਧਾ ਵੀ ਹੋਇਆ। ਏਜੰਸੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਉਹਨਾਂ ਨੇ ਪਾਸਪੋਰਟ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਲਈ 600 ਤੋਂ ਵੱਧ ਨਵੇਂ ਕਰਮਚਾਰੀ ਵੀ ਹਾਇਰ ਕੀਤੇ ਨੇ ਤੇ ਇਸ ਦੇ ਨਾਲ ਹੀ 300 ਸੈਂਟਰਾਂ ਉੱਤੇ ਹੋਰ ਪਾਸਪੋਰਟ ਕਾਊਂਟਰ ਵੀ ਖੋਲੇ ਨੇ। ਪਰ ਕਈ ਟਰੈਵਲਰਸ ਲਈ ਇਹ ਨਵੇਂ ਮਾਪਦੰਡ ਕਾਫੀ ਰਾਹਤ ਦੇਣ ਵਾਲੇ ਨੇ। ਦੂਜੇ ਪਾਸੇ ਸਰਵਿਸ ਕੈਨੇਡਾ ਦੇ ਪਾਸਪੋਰਟ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਇਸ ਦੇਰੀ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਫ ਨੈਸ਼ਨਲ EMPLOYEES ਦੇ ਨੈਸ਼ਨਲ ਪ੍ਰੈਜ਼ੀਡੈਂਟ ਕੇਵਿਨ ਕਿੰਗ ਨੇ ਆਖਿਆ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਡੀਕ ਸਮੇਂ ਨੂੰ ਖਤਮ ਕਰਨ ਦੇ ਲਈ ਵਰਕਰਸ ਦੀ ਹਿਫਾਜ਼ਤ ਲਈ ਸਰਕਾਰ ਕੋਈ ਠੋਸ ਪਲਾਨ ਜ਼ਰੂਰ ਲਿਆਵੇਗੀ। ਮਾਂ ਬੋਲੀ ਹਰ ਵਿਅਕਤੀ ਦੀ ਪਹਿਚਾਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਮਾਂ ਬੋਲੀ ਇੱਕ ਅਜਿਹੀ ਵਿਰਾਸਤ ਹੁੰਦੀ ਹੈ ਜਿਸ ਨੂੰ ਕਦੇ ਵੀ ਕੋਈ ਖੋਹ ਜਾਂ ਚੋਰੀ ਨਹੀਂ ਕਰ ਸਕਦਾ। ਇਸੇ ਦੀ ਤਾਜ਼ਾ ਮਿਸਾਲ ਕੈਨੇਡਾ ਦੀ ਸੰਸਦ ਵਿੱਚ ਵੀ ਦੇਖਣ ਨੂੰ ਮਿਲੀ ਹੈ, ਜਿੱਥੇ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਨ ਆਰਿਆ ਨੇ ਕੈਨੇਡਾ ਦੀ ਸੰਸਦ ਵਿੱਚ ਆਪਣੀ ਮਾਂ ਬੋਲੀ ਕੈਨੇਡਾ ਵਿੱਚ ਆਪਣੀ ਗੱਲ ਕਹੀ ਹੈ। ਚੰਦਰ ਆਰਿਆ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਤੋਂ ਬਾਹਰ ਦੁਨੀਆ ਦੇ ਕਿਸੇ ਸੰਸਦ ਵਿੱਚ ਕੰਨੜ ਭਾਸ਼ਾ ਬੋਲੀ ਗਈ ਹੈ। ਕੈਨੇਡਾ ਦੀ ਸੰਸਦ ਵਿੱਚ ਪਹਿਲੀ ਵਾਰ ਉਸ ਵੇਲੇ ਕੰਨੜ ਭਾਸ਼ਾ ਗੂੰਜੀ ਜਦੋਂ ਭਾਰਤੀ ਮੂਲ ਦੇ ਕੈਨੇਡੀਅਨ MP ਚੰਦਰ ਆਰਿਆ ਨੇ ਆਪਣੀ ਮਾਤਰ ਭਾਸ਼ਾ ਵਿੱਚ ਭਾਸ਼ਣ ਦਿੱਤਾ। ਹਾਊਸ ਆਫ ਕਾਮਨਸ ਵਿੱਚ ਓਂਟਾਰੀਓ ਦੇ ਨੇਪੀਅਨ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਆਰਿਆ ਨੇ ਆਪਣਾ ਵੀਡੀਓ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। MP ਚੰਦਰ ਆਰਿਆ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੰਨੜ ਭਾਸ਼ਾ ਭਾਰਤ ਤੋਂ ਬਾਹਰ ਦੁਨੀਆ ਦੇ ਕਿਸੇ ਸੰਸਦ ਵਿੱਚ ਬੋਲੀ ਗਈ ਹੈ। ਉਹਨਾਂ ਕਿਹਾ ਕਿ ਇਸ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਆਪਣੇ ਟਵੀਟ ਵਿੱਚ ਚੰਦਰ ਆਰਿਆ ਨੇ ਲਿਖਿਆ ਕਿ ਕੈਨੇਡਾ ਦੀ ਸੰਸਦ ਵਿੱਚ ਮੈਂ ਆਪਣੇ ਮਾਤ ਭਾਸ਼ਾ ਕੰਨੜ ਵਿੱਚ ਬੋਲਿਆ। ਇਹ ਖੂਬਸੂਰਤ ਭਾਸ਼ਾ ਦਾ ਬਹੁਤ ਪੁਰਾਣਾ ਇਤਿਹਾਸ ਹੈ ਅਤੇ ਲਗਭਗ 5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਨੇ। ਇਹ ਪਹਿਲੀ ਵਾਰ ਹੈ ਜਦੋਂ ਕੰਨੜ ਭਾਸ਼ਾ ਭਾਰਤ ਤੋਂ ਬਾਹਰ ਦੁਨੀਆ ਦੇ ਕਿਸੇ ਸੰਸਦ ਵਿੱਚ ਬੋਲੀ ਗਈ ਹੈ। ಮಾನ್ಯ ಸಭಾಪತಿ, ಕೆನಡಾ ದೇಶದ ಸಂಸತ್ತಿನಲ್ಲಿ ನನ್ನ ಮಾತೃಭಾಷೆ ಕನ್ನಡದಲ್ಲಿ ಮಾತನಾಡಲು ಅವಕಾಶ ಸಿಕ್ಕಿರುವುದಕ್ಕೆ ನನಗೆ ಸಂತೋಷವಾಗುತ್ತಿದೆ. ಭಾರತ ದೇಶದ ಕರ್ನಾಟಕ ರಾಜ್ಯದ ತುಮಕೂರು ಜಿಲ್ಲೆಯ ಸಿರಾ ತಾಲೂಕಿನ ದ್ವಾರಳು ಗ್ರಾಮದ ವ್ಯಕ್ತಿಯೊಬ್ಬ ಕೆನಡಾದಲ್ಲಿ ಸಂಸತ್ ಸದಸ್ಯನಾಗಿ ಆಯ್ಕೆಯಾಗಿ ಮತ್ತು ಕನ್ನಡದಲ್ಲಿ ಮಾತನಾಡುವುದು ಸುಮಾರು 5 ಕೋಟಿ ಕನ್ನಡಿಗರಿಗೆ ಹೆಮ್ಮೆಯ ಕ್ಷಣವಾಗಿದೆ. ಕೆನಡಾ ದೇಶದ ಕನ್ನಡಿಗರು 2018ನೇ ಇಸವಿಯಲ್ಲಿ ಕೆನಡಾದ ಈ ಸಂಸತ್ತಿನಲ್ಲಿ ಕನ್ನಡ ರಾಜ್ಯೋತ್ಸವವನ್ನು ಆಚರಿಸಿದರು. ರಾಷ್ಟ್ರಕವಿ ಕುವೆಂಪು ಬರೆದಿರುವ ಮತ್ತು ನಡಸಾರ್ವಭೌಮ ಡಾಕ್ಟರ್ ರಾಜ್ಕುಮಾರ್ ಹಾಡಿರುವ ಭಾವಗೀತೆಯ ಕೆಲವು ಪದಗಳೊಂದಿಗೆ ನನ್ನ ಹೇಳಿಕೆಯನ್ನು ಮುಗಿಸುತ್ತಿದ್ದೇನೆ. ಎಲ್ಲಾದರೂ ಇರು, ಎಂತಾದರೂ ಇರು, ಎಂದೆಂದಿಗೂ ನೀ ಕನ್ನಡವಾಗಿರು. ಧನ್ಯವಾದಗಳು ಸಭಾಪತಿ। ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਵਾਸੀ ਆਰਿਆ ਲਿਬਰਲ ਪਾਰਟੀ ਆਫ ਕੈਨੇਡਾ ਦੇ ਮੈਂਬਰ ਨੇ। ਉਹ ਪਹਿਲੀ ਵਾਰ 2015 ਵਿੱਚ MP ਬਣੇ ਸਨ। ਉਸ ਤੋਂ ਬਾਅਦ 2019 ਦੀ ਫੈਡਰਲ ਚੋਣਾਂ ਵਿੱਚ ਉਹ ਦੁਬਾਰਾ MP ਚੁਣ ਕੇ ਸੰਸਦ ਵਿੱਚ ਪਹੁੰਚੇ। ਚੰਦਰ ਆਰਿਆ ਨੇ ਇੰਜੀਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਪੋਸਟ ਗ੍ਰੈਜੂਏਸ਼ਨ ਕਰਨਾਟਕ ਵਿੱਚ ਹੀ ਕੀਤੀ ਹੈ। ਸਿਆਸਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਉਹ ਹਾਈ ਟੈਕਨੋਲੋਜੀ ਸੈਕਟਰ ਵਿੱਚ ਕੰਮ ਕਰ ਰਹੇ ਸਨ। ਚੰਦਰ ਆਰਿਆ ਦੀ ਕੈਨੇਡਾ ਦੀ ਸੰਸਦ ਵਿੱਚ ਕੰਨੜ ਭਾਸ਼ਾ ਵਿੱਚ ਸੰਬੋਧਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਉਹਨਾਂ ਦੀ ਸ਼ਲਾਘਾ ਕਰ ਰਹੇ ਨੇ। ਸੰਸਦ ਵਿੱਚ ਭਾਸ਼ਣ ਦੌਰਾਨ ਉਹਨਾਂ ਨੇ ਇੱਕ ਕਵੀ ਦੀ ਲਿਖੀ ਕਵਿਤਾ ਦੀਆਂ ਲਾਈਨਾਂ ਵੀ ਪੜ੍ਹ ਕੇ ਸੁਣਾਈਆਂ ਨੇ। ਉਧਰ ਭਾਰਤ ਵਿੱਚ ਕਰਨਾਟਕਾ ਦੇ ਉੱਚ ਸਿੱਖਿਆ ਮੰਤਰੀ CN ਅਸ਼ਵਥ ਨਾਰਾਇਣ ਨੇ ਵੀਡੀਓ ਸ਼ੇਅਰ ਕਰਕੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਦੀ ਸ਼ਲਾਘਾ ਕੀਤੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ।
ਕੈਨੇਡਾ ਦੇ ਕੈਲਗਰੀ ਵਿੱਚ ਨਗਰ ਕੀਰਤਨ ਦੀਆਂ ਰੌਣਕਾਂ ਮੁੜ ਪਰਤ ਆਈਆਂ ਨੇ। ਮਹਾਮਾਰੀ ਕਾਰਨ ਸ਼ਹਿਰ ਵਿੱਚ ਇਹ ਸਿੱਖ ਪਰੇਡ ਰੱਦ ਕਰ ਦਿੱਤੀ ਗਈ ਸੀ। ਕਰੀਬ 2 ਸਾਲਾਂ ਤੋਂ ਬਾਅਦ ਸ਼ਹਿਰ ਵਿੱਚ ਨਿਕਲੇ ਇਸ ਨਗਰ ਕੀਰਤਨ ਲਈ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕੰਜ਼ਰਵੇਟਿਵ ਐਮਪੀ ਜਸਰਾਜ ਵੱਲੋਂ ਗੱਲਬਾਤ ਕੀਤੀ ਗਈ ਹੈ। ਖਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ ਖਾਲਸਾ ਡੇ ਪਰੇਡ ਵਜੋਂ ਮਨਾਏ ਜਾਂਦੇ ਕੈਲਗਰੀ ਨਗਰ ਕੀਰਤਨ ਵਿੱਚ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ। ਕੋਵਿਡ-19 ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹ ਨਗਰ ਕੀਰਤਨ ਨਹੀਂ ਸਜਾਇਆ ਗਿਆ ਸੀ। ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਆਰੰਭ ਹੋਇਆ। ਕੈਲਗਰੀ ਦੀਆਂ ਸੰਗਤਾਂ ਤੋਂ ਇਲਾਵਾ ਐਡਮਿੰਟਨ, ਸਰੀ, ਵੈਨਕੂਵਰ, ਐਬਸਫੋਰਡ, ਟੋਰਾਂਟੋ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਹੈ। ਇਸ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਵੱਲੋਂ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਕੈਲਗਰੀ ਦਾ ਨਗਰ ਕੀਰਤਨ ਐਲਬਰਟਾ ਦੀ ਦੂਜੀ ਸਭ ਤੋਂ ਵੱਡੀ ਪਰੇਡ ਹੈ। ਉਹਨਾਂ ਦੱਸਿਆ ਕਿ ਇਸ ਸਾਲ ਇੱਥੇ 1 ਲੱਖ ਤੋਂ ਵੱਧ ਲੋਕ ਹਾਜ਼ਰ ਹੋਏ ਸਨ। ਇਸ ਦੇ ਨਾਲ ਹੀ ਜਸਰਾਜ ਸਿੰਘ ਨੇ ਦਸ਼ਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਗਿੱਲ, ਸਮੁੱਚੀ ਕਾਰਜਕਾਰੀ ਕਮੇਟੀ ਅਤੇ ਕੈਲਗਰੀ ਦੀ ਸਮੁੱਚੀ ਸੰਗਤ ਦਾ ਇੱਕ ਸਫਲ ਅਤੇ ਸੁਚੱਜੇ ਢੰਗ ਨਾਲ ਨਗਰ ਕੀਰਤਨ ਲਈ ਤਹਿ ਦਿਲੋਂ ਧੰਨਵਾਦ ਕੀਤਾ। I rise today to congratulate the Dashmesh Culture Centre, including President Amanpreet Singh Gill and the entire Executive Committee, along with the whole Calgary Sangat, for a very successful and well-organised Nagar Kirtan. There were more than 100,000 people who attended, and this was the first Nagar Kirtan since 2019. I commend the City of Calgary, Calgary Police, EMS, Fire Department, Parks and Recreation, and Alberta Health Services for all their efforts in planning this very successful event. Special thanks to Calgary Transit for providing free transit to anyone in Calgary for the day. It was a great honour to meet Bibi Paramjeet Kaur Khalada, the wife of human rights activist, the late Bhai Jaswant Singh Khalada. She was recognised by the Gurdwara Sahib for all of her advocacy. Kanwar Garewal also took time to attend the Nagar Kirtan. This event could not be possible without the seva of hard-working volunteers like United Hawks Sports Club and others who ensured the grounds were kept clean. Thank you to everyone who made the Calgary Nagar Kirtan a massive success. ਪਾਰਲੀਮੈਂਟ ਵਿੱਚ ਗੱਲ ਕਰਦਿਆਂ ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਨੇ ਆਖਿਆ ਕਿ ਨਗਰ ਕੀਰਤਨ ਇਕੱਠੇ ਹੋਣ ਦਾ ਸਮਾਂ ਹੈ ਅਤੇ ਮਹਾਮਾਰੀ ਕਾਰਨ ਸਮਾਗਮ ਰੱਦ ਹੋਣ ਦੇ 2 ਸਾਲਾਂ ਬਾਅਦ ਕੈਲਗਰੀ ਇੱਕ ਵੱਡੇ ਪੱਧਰ ਤੇ ਇਕੱਠ ਹੋਇਆ। ਹਾਲ ਹੀ ਵਿੱਚ ਅਸੀਂ ਦੇਸ਼ ਅਤੇ ਦੁਨੀਆ ਵਿੱਚ ਬਹੁਤ ਜ਼ਿਆਦਾ ਵੰਡ ਵੇਖੀ ਹੈ, ਪਰ ਇਸ ਨਗਰ ਕੀਰਤਨ ਨੇ ਸਾਨੂੰ ਪਿਆਰ ਅਤੇ ਏਕਤਾ ਦੀ ਆਸ ਦਿਖਾਈ ਹੈ। ਸਾਰੇ ਧਰਮਾਂ, ਪਿਛੋਕੜਾਂ ਅਤੇ ਮੂਲ ਦੇ ਲੋਕ ਇਸ ਬਹੁਤ ਸਫਲ ਸਮਾਗਮ ਨੂੰ ਆਯੋਜਿਤ ਕਰਨ ਅਤੇ ਸਹਾਇਤਾ ਕਰਨ ਲਈ ਇਕੱਠੇ ਹੋਏ। ਆਓ ਅਸੀਂ ਸਾਰੇ ਆਪਣੇ ਨੂੰ ਇੱਕ ਪਾਸੇ ਰੱਖ ਕੇ ਇੱਕ ਸਮਾਜ ਦੇ ਰੂਪ ਵਿੱਚ ਇਕੱਠੇ ਹੋਈਏ। ਅਸੀਂ ਸਾਰੇ ਕੈਨੇਡੀਅਨ ਹਾਂ ਅਤੇ ਅਸੀਂ ਇਕੱਠੇ ਮਜ਼ਬੂਤ ਹਾਂ। ਦੱਸ ਦੇਈਏ ਕਿ ਖਾਲਸਾ ਸਕੂਲ ਕੈਲਗਰੀ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਆਰੰਭਤਾ ਕਰਵਾਈ ਗਈ ਸੀ। ਮੋਟਰਸਾਈਕਲ ਅਤੇ ਕੈਲਗਰੀ ਪੁਲਿਸ ਦੀਆਂ ਗੱਡੀਆਂ ਸਭ ਤੋਂ ਅੱਗੇ ਚੱਲ ਰਹੀਆਂ ਸਨ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸੀ। ਕੈਲਗਰੀ ਕੇਸਰੀ, ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦੇ ਰੰਗਾਂ 'ਚ ਰੰਗਿਆ ਨਜ਼ਰ ਆ ਰਿਹਾ ਸੀ। ਗੱਤਕੇ ਦੀਆਂ ਟੀਮਾਂ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪ੍ਰਭਾਵਸ਼ਾਲੀ ਝਾਂਕੀਆਂ ਪੇਸ਼ ਕੀਤੀਆਂ। ਰਸਤੇ 'ਚ ਖਾਣ ਪੀਣ ਵਾਲੀਆਂ ਵਸਤਾਂ ਦੇ ਵਿਸ਼ੇਸ਼ ਸਟਾਲ ਵੀ ਲਗਾਏ ਹੋਏ ਸੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਕਿਊਬਿਕ ਅਤੇ ਓਨਟਾਰੀਓ ਸੂਬੇ ਵਿੱਚ ਪੁਲਿਸ ਨੇ ਹੇਰਾਫੇਰੀ ਨਾਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਘੁਟਾਲੇ ਨੂੰ ਬੇਨਕਾਬ ਕਰਨ ਦਾ ਦਾਅਵਾ ਕਰ ਦਿੱਤਾ ਹੈ। ਇਸ ਵਿੱਚ ਬਰੈਂਪਟਨ ਪਿੰਡਾਂ ਦੇ ਵਾਸੀ 6 ਸ਼ੱਕੀਆਂ ਨੂੰ ਫੜਿਆ ਗਿਆ ਹੈ। ਇਸ ਦੇ ਨਾਲ ਹੀ ਟਰੱਕਾਂ ਅਤੇ ਬੱਸਾਂ ਚਲਾਉਣ ਦੇ ਲਗਭਗ 200 ਫਰਜ਼ੀ ਲਾਇਸੈਂਸਾਂ ਦੀ ਪਛਾਣ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਪੁਲਿਸ ਨੇ ਓਨਟਾਰੀਓ ਦੇ ਆਵਾਜਾਈ ਮੰਤਰਾਲੇ ਨੂੰ ਭੇਜ ਦਿੱਤੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਜਾਲੀ ਤਰੀਕੇ ਨਾਲ ਟਰੱਕ ਦਾ ਲਾਇਸੈਂਸ ਦਿਵਾਉਣ, ਟੈਕਸ ਪਾਸ ਕਰਵਾਉਣ, ਇੰਟਰਪ੍ਰੇਟਰ ਦੀ ਗਲਤ ਢੰਗ ਨਾਲ ਵਰਤੋਂ ਕਰਨ ਸਣੇ ਹੋਰ ਗਲਤ ਤਰੀਕੇ ਅਪਣਾਉਣ ਦੇ ਦੋਸ਼ ਹੇਠ ਓਨਟਾਰੀਓ ਤੇ ਕਿਊਬਿਕ ਨਾਲ ਸੰਬੰਧਿਤ 6 ਲੋਕਾਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 2 ਸਾਲ ਚੱਲੀ ਜਾਂਚ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਅਤੇ ਫਰਜ਼ੀ ਸਕੂਲ ਤੋਂ ਲਾਇਸੈਂਸ ਹਾਸਲ ਕਰਨ ਵਾਲੇ 200 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਰਿਪੋਰਟ ਮੁਤਾਬਕ ਮਾਰਚ 2019 ਚ ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਟਰੱਕ ਡਰਾਈਵਰਾਂ ਦੀ ਸਿਖਲਾਈ ਅਤੇ ਲਾਇਸੈਂਸਿੰਗ ਦੇ ਮਾਮਲੇ ਜਾਲਸਾਜ਼ੀ ਹੋਣ ਦੀ ਇਤਲਾਹ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਓਨਟਾਰੀਓ ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਫਰਜ਼ੀ ਲਾਇਸੈਂਸ ਅਤੇ ਫਰਜ਼ੀ ਡਰਾਈਵਿੰਗ ਸਕੂਲ ਕੈਨੇਡੀਅਨ ਹਾਈਵੇਜ਼ ਤੇ ਸਫ਼ਰ ਕਰਨ ਵਾਲੇ ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਨੇ। ਟਰੱਕ ਡਰਾਈਵਰ ਦਾ ਲਾਇਸੈਂਸ ਹਾਸਲ ਕਰਨ ਵਾਸਤੇ ਲਿਆ ਜਾਂਦਾ ਟੈਸਟ ਫਰਜ਼ੀ ਤਰੀਕੇ ਨਾਲ ਪਾਸ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਓਨਟਾਰੀਓ ਤੋਂ ਬਾਹਰਲੇ ਰਾਜਾਂ ਦੇ ਵਸਨੀਕ ਓਨਟਾਰੀਓ ਡਰਾਈਵਿੰਗ ਲਾਇਸੈਂਸ ਵਾਸਤੇ ਅਪਲਾਈ ਵੀ ਕਰ ਰਹੇ ਨੇ।
ਪੁਲਿਸ ਦੀ ਜਾਂਚ ਦੌਰਾਨ 200 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਤਹਿਤ ਵਿਦਿਆਰਥੀਆਂ ਨੂੰ ਜਾਲਸਾਜ਼ੀ ਦੇ ਆਧਾਰ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿਵਾਇਆ ਗਿਆ, ਜਿਸ ਤੋਂ ਬਾਅਦ ਕਿਊਬਿਕ ਦੇ 55 ਸਾਲਾ ਵਸਨੀਕ ਗੁਰਵਿੰਦਰ ਸਿੰਘ, ਕਿਊਬਿਕ ਦੇ ਹੀ 33 ਸਾਲਾ ਗੁਰਪ੍ਰੀਤ ਸਿੰਘ, ਓਨਟਾਰੀਓ ਨਾਲ ਸੰਬੰਧਿਤ 50 ਸਾਲ ਦੇ ਜਗਜੀਤ ਸਿੰਘ ਦਿਓਲ, 50 ਸਾਲ ਦੀ ਚਰਨਜੀਤ ਕੌਰ ਦਿਓਲ, ਕਰੋਨਵਾਲ ਦੇ 66 ਸਾਲਾ ਮੁਹੰਮਦ ਖੋਖਰ ਅਤੇ ਕਰੋਨਵਾਲ ਦੀ 68 ਸਾਲਾ ਹਨੀਫਾ ਖੋਖਰ ਵਿਰੁੱਧ $5000 ਤੋਂ ਵੱਧ ਰਕਮ ਦੀ ਧੋਖਾਧੜੀ ਦੇ ਦੋਸ਼ ਆਇਦ ਕੀਤੇ ਗਏ ਨੇ। ਓਨਟਾਰੀਓ ਪੁਲਿਸ ਦੀ ਇਨਵੈਸਟੀਗੇਸ਼ਨ ਬ੍ਰਾਂਚ ਦੇ ਡਾਇਰੈਕਟਰ ਇੰਸਪੈਕਟਰ ਡੈਨੀਅਲ ਨਾਡੂ ਨੇ ਆਖਿਆ ਹੈ ਕਿ ਇਸ ਜਾਂਚ ਕਰਨ ਦਾ ਮਕਸਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਮਾਮੂਲੀ ਜਾਣਕਾਰੀ ਜਾਂ ਅਣਅਧਿਕਾਰਕ ਸਿਖਲਾਈ ਤੋਂ ਬਾਅਦ ਟਰੈਕਟਰ ਟ੍ਰੇਲਰ ਚਲਾਉਣ ਵਾਲੇ ਡਰਾਈਵਰ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਹਾਦਸਿਆਂ, ਖੁਦਕੁਸ਼ੀਆਂ, ਇੱਥੋਂ ਤੱਕ ਕਿ ਕਤਲਾਂ ਸਮੇਤ ਕਈ ਘਟਨਾਵਾਂ ਦੇ ਨਾਲ-ਨਾਲ ਭਾਰਤ ਦੇ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਵਧਾ ਰਹੀ ਹੈ। ਇਹਨਾਂ ਪਹਿਲਕਦਮੀਆਂ ਵਿੱਚ ਵਿਦਿਆਰਥੀਆਂ ਨੂੰ ਟਰੈਕ ਕਰਨ ਅਤੇ ਉਹਨਾਂ ਨੂੰ ਰਜਿਸਟਰ ਕਰਨ ਲਈ ਇੱਕ ਡੇਟਾਬੇਸ ਤਿਆਰ ਕੀਤਾ ਜਾਵੇਗਾ। ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਸੰਬੰਧੀ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀਲ ਰੀਜਨ ਪੁਲਿਸ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ 20 ਸਾਲਾ ਨਵਕਿਰਨ ਸਿੰਘ ਦੀ ਲਾਸ਼ ਗ੍ਰੇਟਰ ਟੋਰਾਂਟੋ ਖੇਤਰ ਦੇ ਬ੍ਰੈਂਪਟਨ ਵਿੱਚ ਕ੍ਰੈਡਿਟ ਵੈਲੀ ਨਦੀ ਵਿੱਚ ਡੁੱਬੀ ਹੋਈ ਮਿਲੀ। ਅਜੇ ਤੱਕ ਮੌਤ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਨਵਕਿਰਨ ਸਿੰਘ ਦੀ ਮੌਤ ਬਾਰੇ ਕਿਹਾ ਕਿ ਇਹ ਇੱਕ ਵੱਡੀ ਤਰਾਸਦੀ ਹੈ ਕਿ ਇੱਕ ਨੌਜਵਾਨ ਦੀ ਜ਼ਿੰਦਗੀ ਖੋਈ ਗਈ ਹੈ। ਕੈਨੇਡਾ ਵਿੱਚ ਇਸ ਸਾਲ ਹੋਈਆਂ ਮੌਤਾਂ ਦੀ ਇੱਕ ਲੜੀ ਵਿੱਚ ਇਹ ਸਭ ਤੋਂ ਤਾਜ਼ਾ ਉਦਾਹਰਣ ਹੈ, ਜਿਸ ਵਿੱਚ ਭਾਰਤ ਦੇ 5, ਪੰਜਾਬ ਦੇ 4 ਅਤੇ ਹਰਿਆਣਾ ਦਾ ਇੱਕ ਵਿਦਿਆਰਥੀ ਸ਼ਾਮਲ ਹੈ, ਜੋ ਕਿ ਓਨਟਾਰੀਓ ਵਿੱਚ ਇੱਕ ਸੜਕ ਹਾਦਸੇ 'ਚ ਮਾਰੇ ਗਏ ਸਨ। ਇਸ ਦੇ ਨਾਲ ਹੀ ਮਾਰਚ ਵਿੱਚ ਕਾਰਤਿਕ ਵਾਸੁਦੇਵ 21 ਸਾਲਾ ਨੌਜਵਾਨ ਨੂੰ ਅਪ੍ਰੈਲ ਵਿੱਚ ਟੋਰਾਂਟੋ 'ਚ ਗੋਲੀ ਮਾਰ ਦਿੱਤੀ ਗਈ ਸੀ। ਦੂਜੇ ਪਾਸੇ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2021 ਵਿੱਚ ਭਾਰਤੀ ਵਿਦਿਆਰਥੀਆਂ ਨੂੰ 1,56,171 ਸਟੱਡੀ ਪਰਮਿਟ ਦਿੱਤੇ ਗਏ, ਜੋ ਕਿ 2020 ਨਾਲੋਂ ਲਗਭਗ ਦੁੱਗਣੇ ਸਨ। 2020 ਵਿੱਚ ਇਹ ਗਿਣਤੀ 76,149 ਸੀ, ਜੋ ਕਿ ਕੋਵਿਡ-19 ਮਹਾਮਾਰੀ ਅਤੇ ਯਾਤਰਾ ਦੀ ਪਾਬੰਦੀਆਂ ਕਾਰਨ ਵੱਡੀ ਗਿਰਾਵਟ ਸੀ। ਹਾਲਾਂਕਿ 2022 ਵਿੱਚ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਇੱਕ ਨਵਾਂ ਰਿਕਾਰਡ ਬਣਾ ਸਕਦੇ ਨੇ ਅਤੇ ਇਹ 2019 ਵਿੱਚ 1,74,687 ਦੇ ਪਿਛਲੀ ਗਿਣਤੀ ਦਾ ਦੌਰਾ ਹੋ ਸਕਦਾ ਹੈ। ਇਸ ਸਮੂਹ ਦੇ ਅੰਦਰ ਮੌਤਾਂ ਦੇ ਰੁਝਾਨ ਨੂੰ ਲੈ ਕੇ ਕੈਨੇਡਾ ਵਿੱਚ ਭਾਰਤ ਦੇ ਮਿਸ਼ਨਾਂ ਨੇ ਭਾਰਤ ਦੇ ਵਿਦਿਆਰਥੀਆਂ ਦਾ ਇੱਕ ਡੇਟਾਬੇਸ ਬਣਾਉਣ ਅਤੇ ਉਹਨਾਂ ਦੇ ਠਿਕਾਣਿਆਂ ਦਾ ਨਕਸ਼ਾ ਬਣਾਉਣ ਲਈ ਕੈਨੇਡਾ ਭਰ ਦੀਆਂ ਯੂਨੀਵਰਸਿਟੀਆਂ ਤੱਕ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਮਿਸ਼ਨ ਭਾਈਚਾਰਕ ਸੰਸਥਾਵਾਂ ਅਤੇ ਖਾਸ ਤੌਰ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਐਸੋਸੀਏਸ਼ਨਾਂ ਨਾਲ ਵੀ ਤਾਲਮੇਲ ਕਰ ਰਹੇ ਨੇ, ਕਿਉਂਕਿ ਉਹ ਸਭ ਤੋਂ ਪਹਿਲਾਂ ਹਨ ਜੋ ਜਾਣੂ ਹੁੰਦੇ ਨੇ ਕਿ ਕੋਈ ਵਿਦਿਆਰਥੀ ਤਣਾਅ ਵਿੱਚੋਂ ਲੰਘ ਰਿਹਾ ਜਾਂ ਫਿਰ ਅਸਾਧਾਰਣ ਵਿਵਹਾਰ ਕਰ ਰਿਹਾ। ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਆਖਿਆ ਕਿ ਅਪ੍ਰੈਲ ਵਿੱਚ ਭਾਰਤੀ ਮਿਸ਼ਨਾਂ ਨੇ ਕੈਨੇਡਾ ਵਿੱਚ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਲਈ ਇੱਕ ਨਵਾਂ ਰਜਿਸਟ੍ਰੇਸ਼ਨ ਪੋਰਟਲ ਵੀ ਲਾਂਚ ਕੀਤਾ ਸੀ, ਜੋ ਕਿ ਵੱਡੀ ਗਿਣਤੀ ਵਿੱਚ ਮਾਰੇ ਗਏ ਵਿਦਿਆਰਥੀਆਂ ਸਮੇਤ ਭਾਈਚਾਰੇ ਦੁਆਰਾ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਾ ਸੀ। ਪਿਛਲੇ ਸਾਲ ਨਵੰਬਰ ਦੀ ਇੱਕ ਰਿਪੋਰਟ ਮੁਤਾਬਕ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਇੱਕ ਅੰਤਿਮ ਸੰਸਕਾਰ ਘਰ 'ਚ ਹਰ ਮਹੀਨੇ 5 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਦਰਜ ਕੀਤੀਆਂ ਗਈਆਂ ਸੀ। ਉਸ ਸਮੇਂ ਟੋਰਾਂਟੋ ਵਿੱਚ ਲੋਟਸ ਫਿਊਨਰਲ ਐਂਡ ਕ੍ਰੇਮੇਸ਼ਨ ਸੈਂਟਰ ਦੇ ਪ੍ਰੋਪਰਾਈਟਰ ਕਮਲ ਭਾਰਤਵਾਜ ਨੇ ਆਖਿਆ ਕਿ ਉਹ ਹਰ ਮਹੀਨੇ 5 ਤੋਂ 6 ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਹਨ। ਹਾਲਾਂਕਿ ਮੌਤਾਂ ਦੇ ਕਾਰਨ ਬਾਰੇ ਜਾਣਕਾਰੀ ਨਹੀਂ ਹੁੰਦੀ। ਕੁਝ ਸਰੀਰਾਂ ਤੇ ਨਿਸ਼ਾਨ ਬਣੇ ਹੁੰਦੇ ਨੇ ਜੋ ਕਿ ਸੰਭਾਵਿਤ ਖੁਦਕੁਸ਼ੀ ਦਾ ਸੰਕੇਤ ਦਿੰਦੇ ਨੇ ਅਤੇ ਹੋਰਨਾਂ ਦੇ ਓਵਰਡੋਜ਼ ਦੇ ਸੰਕੇਤ ਹੁੰਦੇ ਨੇ। ਉਹਨਾਂ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਦਿਖਣ ਨੂੰ ਮਿਲਿਆ। ਬੇਹੱਦ ਦਿਲ ਦਹਿਲਾਉਣ ਵਾਲੀ ਘਟਨਾ ਤਹਿਤ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਵੱਡੀ ਗਿਣਤੀ ਵਿੱਚ ਪਿੰਜਰ ਮਿਲਣ ਦਾ ਪਹਿਲਾ ਮਾਮਲਾ ਐਲਬਰਟਾ ਸੂਬੇ ਤੋਂ ਸਾਹਮਣੇ ਆਇਆ। ਮੂਲ ਬਾਸ਼ਿੰਦਿਆਂ ਦੇ ਇੱਕ ਕਬੀਲੇ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਕੈਨੇਡਾ ਦੇ ਸੂਬੇ ਐਲਬਰਟਾ ਸਥਿਤ ਰਿਹਾਇਸ਼ੀ ਸਕੂਲਾਂ ਦੇ ਕੋਲੋਂ ਵੱਡੀ ਗਿਣਤੀ 'ਚ ਬੱਚਿਆਂ ਦੇ ਪਿੰਜਰ ਮਿਲਣ ਦਾ ਮਾਮਲਾ ਸਾਹਮਣੇ ਆਇਆ। ਮੂਲ ਬਾਸ਼ਿੰਦਿਆਂ ਦੇ ਕਬੀਲੇ ਦੇ ਮੁਤਾਬਕ ਐਡਮਿੰਟਨ ਤੋਂ 170 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਬਲੂ ਕੁਇਨਜ਼ ਰੈਜ਼ੀਡੈਂਸ਼ੀਅਲ ਸਕੂਲ ਨੇੜੋਂ ਇਹ ਪਿੰਜਰ ਬਰਾਮਦ ਕੀਤੇ ਗਏ ਨੇ। ਸੈਡਲ ਲੇਕ ਕ੍ਰੀ ਨੇਸ਼ਨ ਕਬੀਲੇ ਦੇ ਆਗੂਆਂ ਨੇ ਦੱਸਿਆ ਕਿ ਮਾਮੂਲੀ ਤੌਰ ਤੇ ਬੱਚਿਆਂ ਦੀਆਂ ਹੱਡੀਆਂ ਮਿਲਣ ਦੀਆਂ ਘਟਨਾਵਾਂ 2004 ਤੋਂ ਜਾਰੀ ਹਨ, ਪਰ ਹੁਣ ਨਵੀਆਂ ਖਬਰਾਂ ਦਾ ਪਤਾ ਲੱਗਿਆ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪਿੰਜਰ ਹੋਣ ਦੇ ਸੰਕੇਤ ਮਿਲ ਰਹੇ ਨੇ।
ਸੈਡਰ ਲੇਕ ਕਾਉਂਸਲ ਦੇ ਮੈਂਬਰ ਜੇਸਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 4 ਤੋਂ 10 ਸਾਲ ਉਮਰ ਦੇ ਬੱਚਿਆਂ ਦੇ ਪਿੰਜਰ ਮਿਲ ਰਹੇ ਨੇ। ਅਸਲ 'ਚ ਭਾਈਚਾਰੇ ਦੇ ਮੈਂਬਰਾਂ ਨੂੰ ਇਹ ਪਿੰਜਰ ਕੁਝ ਸਮਾਂ ਪਹਿਲਾਂ ਮਿਲੇ ਸਨ, ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹਨਾਂ ਨੇ ਇਹਨਾਂ ਨੂੰ ਦੁਬਾਰਾ ਦੱਬ ਕੇ ਰੱਖ ਦਿੱਤਾ ਸੀ। The accidental excavation occurred while our community members were digging graves. Was excavated where the children-sized skeleton remains, such as skulls, mere bones, leg bones, arm bones, rib cages and spines. The mass grave had numerous children-sized skeletons wrapped in white cloth. ਦੱਸਣਯੋਗ ਹੈ ਕਿ ਰਿਹਾਇਸ਼ੀ ਸਕੂਲਾਂ 'ਚ ਪੜ੍ਹਨ ਗਏ ਪਰ ਮੁੜ ਨਾ ਪਰਤਣ ਵਾਲੇ ਬੱਚਿਆਂ ਬਾਰੇ ਪਿਛਲੇ ਸਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਮਾਮਲਾ ਸਾਹਮਣੇ ਆ ਗਿਆ। ਜਾਂਚਕਰਤਾਵਾਂ ਵੱਲੋਂ ਹਾਸਲ ਕੈਥੋਲਿਕ ਚਰਚ ਦੇ ਰਿਕਾਰਡ ਮੁਤਾਬਕ 1898 ਤੋਂ 1931 ਤੱਕ 212 ਵਿਦਿਆਰਥੀਆਂ ਦੀ ਮੌਤ ਸਕੂਲ 'ਚ ਹੋਈ। ਇਹ ਆંકੜਾ ਕੈਨੇਡਾ ਸਰਕਾਰ ਕੋਲ ਮੌਜੂਦ 25 ਵਿਦਿਆਰਥੀਆਂ ਦੇ ਆંકੜੇ ਤੋਂ 8 ਗੁਣਾ ਵੱਧ ਬਣਦਾ ਹੈ। ਜਾਂਚਕਰਤਾਵਾਂ ਦੀ ਅਗਵਾਈ ਕਰ ਰਹੀ ਟੀਮ ਵੱਲੋਂ ਲਾਪਤਾ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਐਰਿਕ ਲੌਰਜ ਅਤੇ ਉਹਨਾਂ ਦੀ ਟੀਮ ਫਿਲਹਾਲ ਇਹ ਨਹੀਂ ਜਾਣਦੀ ਕਿ ਪਿਛਲੇ ਸਮੇਂ ਦੌਰਾਨ ਕਿੰਨੇ ਪਿੰਜਰ ਬਰਾਮਦ ਕੀਤੇ ਗਏ, ਪਰ 2004 ਵਿੱਚ ਮੂਲ ਬਾਸ਼ਿੰਦਿਆਂ ਨੂੰ ਸਮੂਹਿਕ ਕਬਰਾਂ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਇਲਾਕੇ ਵਿੱਚ ਇੱਕ ਸਾਬਕਾ ਰਿਹਾਇਸ਼ੀ ਸਕੂਲ 'ਚ ਕਬਰਾਂ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋ ਹਾਲੇ ਤੱਕ ਵੀ ਜਾਰੀ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਿਹਾਇਸ਼ੀ ਸਕੂਲਾਂ ਵੱਲੋਂ ਦਫਨ ਕੀਤੇ ਬੱਚਿਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਆਪੋ ਆਪਣੇ ਪਲੇਟਫਾਰਮਸ ਨਾਲ ਵੋਟਰਾਂ ਨੂੰ ਰਜਾਉਣ ਵਿੱਚ ਲੱਗੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਓਨਟਾਰੀਓ ਵਿੱਚ ਐਡਵਾਂਸ ਵੋਟਿੰਗ ਲੋਕੇਸ਼ਨਾਂ ਖੋਲ੍ਹ ਦਿੱਤੀਆਂ ਗਈਆਂ ਨੇ। ਵੋਟਾਂ 2 ਜੂਨ ਨੂੰ ਪੈਣਗੀਆਂ, ਪਰ ਇਹਨਾਂ ਲੋਕੇਸ਼ਨਾਂ ਦੇ ਖੁੱਲ੍ਹ ਜਾਣ ਨਾਲ ਹੁਣ ਲੋਕ ਵੋਟ ਕਰਨਾ ਸ਼ੁਰੂ ਕਰ ਸਕਣਗੇ। ਓਨਟਾਰੀਓ ਵਿਧਾਨ ਸਭਾ ਚੋਣਾਂ ਲਈ ਐਡਵਾਂਸ ਪੋਲਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਵੋਟਾਂ ਦਾ ਦਿਨ ਅਧਿਕਾਰਤ ਤੌਰ ਤੇ 2 ਜੂਨ ਨੂੰ ਨਿਰਧਾਰਤ ਕੀਤਾ ਗਿਆ ਹੈ, ਪਰ ਐਡਵਾਂਸ ਪੋਲਿੰਗ 'ਚ ਲੋਕ ਪਹਿਲਾਂ ਵੋਟਾਂ ਪਾ ਸਕਦੇ ਨੇ। ਇਸ ਵਾਰ ਐਡਵਾਂਸ ਪੋਲਿੰਗ 10 ਦਿਨ ਹੋਵੇਗੀ ਅਤੇ ਤੈਅ ਪੋਲਿੰਗ ਸਟੇਸ਼ਨਾਂ ਤੇ ਸਵੇਰੇ 10 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਵੋਟਿੰਗਾਂ ਪਾਈਆਂ ਜਾਣਗੀਆਂ। ਐਤਵਾਰ ਨੂੰ ਵੋਟਿੰਗ ਪਾਉਣਾ ਕੰਮ ਦੁਪਹਿਰ ਵੇਲੇ ਸ਼ੁਰੂ ਹੋਵੇਗਾ ਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਸਰਵੇਖਣ ਦੇ ਮੁਤਾਬਕ ਫੋਰਡ ਦੀ ਅਗਵਾਈ ਵਾਲੀ ਪੀਸੀ ਪਾਰਟੀ ਨੂੰ 36.1% ਲੋਕਾਂ ਦੀ ਹਿਮਾਇਤ ਮਿਲ ਰਹੀ ਹੈ, ਜਦਕਿ ਸਟੀਵਨ ਡੈਲ ਡੂਕਾ ਦੀ ਅਗਵਾਈ ਵਾਲੀ ਲਿਬਰਲ ਪਾਰਟੀ 29.3% ਲੋਕ ਹਿਮਾਇਤ ਨਾਲ ਦੂਜੇ ਸਥਾਨ ਤੇ ਚੱਲ ਰਹੀ ਹੈ। ਐਂਡਰੀਆ ਹੌਰਵਥ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ ਘਟ ਕੇ 19.8% ਰਹਿ ਗਈ ਹੈ। ਗ੍ਰੀਨ ਪਾਰਟੀ ਨੂੰ ਪਿਛਲੇ ਹਫ਼ਤੇ ਦੇ ਮੁਕਾਬਲੇ ਫਾਇਦਾ ਨਜ਼ਰ ਆ ਰਿਹਾ ਹੈ, ਜਿਸ ਦਾ ਸਮਰਥਨ ਕਰਨ ਵਾਲਿਆਂ ਦੀ ਗਿਣਤੀ ਵੱਧ ਕੇ 7.3% ਹੋ ਗਈ ਹੈ। ਐਨਡੀਪੀ ਦੀ ਆਗੂ ਐਂਡਰੀਆ ਬੁੱਧਵਾਰ ਨੂੰ ਕਿੰਗਸਟਰ ਅਤੇ ਓਟਾਵਾ ਵਿਖੇ ਪ੍ਰਚਾਰ ਕਰਦੇ ਹੋਏ ਨਜ਼ਰ ਆਏ, ਜਿੱਥੇ ਉਹਨਾਂ ਨੇ ਯੂਨੀਵਰਸਲ ਫਾਰਮਾਕੇਅਰ ਦਾ ਵਾਅਦਾ ਦੁਹਰਾਇਆ। ਉਹਨਾਂ ਨੇ ਕਿਹਾ ਕਿ ਐਨਡੀਪੀ ਦੀ ਬਹੁਗਿਣਤੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਲਿਬਰਲਾਂ ਜਾਂ ਟੋਰੀ ਤੋਂ ਮਿਲੀਆਂ ਮਾਯੂਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲਿਬਰਲ ਆਗੂ ਸਟੀਵਨ ਡੈਲ ਡੂਕਾ ਨੂੰ ਐਨਡੀਪੀ ਨਾਲ ਸੰਭਾਵਤ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸਿੱਧੀ ਲੜਾਈ ਡਕਫੋਰਡ ਦੇ ਨਾਲ ਹੈ। ਇਸ ਦੌਰਾਨ ਮੁੱਖ ਚੋਣ ਅਫਸਰ ਗ੍ਰੈਗ ਨੇ ਆਖਿਆ ਕਿ ਓਨਟਾਰੀਓ ਦੇ ਇਤਿਹਾਸ 'ਚ ਪਹਿਲੀ ਵਾਰ 5 ਦਿਨ ਦੀ ਬਜਾਏ 10 ਦਿਨ ਐਡਵਾਂਸ ਵੋਟਿੰਗਾਂ ਪੈ ਰਹੀਆਂ ਨੇ। ਐਡਵਾਂਸ ਪੋਲਿੰਗ ਦਾ ਸਿਲਸਿਲਾ 28 ਮਈ ਤੱਕ ਜਾਰੀ ਰਹੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪੋਲਿੰਗ ਸਟੇਸ਼ਨਾਂ ਵੱਲ ਆਕਰਸ਼ਿਤ ਕੀਤਾ ਜਾ ਸਕੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਓਨਟਾਰੀਓ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਐਨਡੀਪੀ ਲੀਡਰ ਐਂਡਰੀਆ ਬ੍ਰੈਂਪਟਨ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਉਹਨਾਂ ਨੇ ਆਖਿਆ ਕਿ ਓਨਟਾਰੀਓ ਦੀ ਐਨਡੀਪੀ ਸਰਕਾਰ ਆਟੋ ਇੰਸ਼ੋਰੈਂਸ ਦਰਾਂ ਨੂੰ 40% ਤੱਕ ਘਟਾ ਦੇਵੇਗੀ। ਓਨਟਾਰੀਓ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬ੍ਰੈਂਪਟਨ ਪੁੱਜੀ ਐਨਡੀਪੀ ਦੀ ਆਗੂ ਐਂਡਰੀਆ ਹੌਰਤ ਨੇ ਵਾਅਦਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਬਣਨ ਤੇ ਆਟੋ ਇੰਸ਼ੋਰੈਂਸ ਦਰਾਂ 40% ਘਟਾ ਦਿੱਤੀਆਂ ਜਾਣਗੀਆਂ। ਇੱਕ ਆਟੋ ਰਿਪੇਅਰ ਸ਼ਾਪ ਵਿੱਚ ਪਾਰਟੀ ਉਮੀਦਵਾਰਾਂ ਨਾਲ ਪੁੱਜੀ ਐਂਡਰੀਆ ਨੇ ਆਖਿਆ ਕਿ ਵਿਆਜ ਦਰਾਂ ਘਟਣ ਨਾਲ ਬ੍ਰੈਂਪਟਨ ਵਾਸੀਆਂ ਨੂੰ ਸਾਲਾਨਾ $2,000 ਦੀ ਬਚਤ ਹੋਵੇਗੀ, ਜਦਕਿ ਓਨਟਾਰੀਓ ਦੇ ਬਾਕੀ ਹਿੱਸਿਆਂ ਵਿੱਚ ਰਹਿੰਦੇ ਲੋਕਾਂ ਨੂੰ ਸਾਲਾਨਾ $660 ਦਾ ਫਾਇਦਾ ਹੋਵੇਗਾ। ਉਹਨਾਂ ਨੇ ਅੱਗੇ ਕਿਹਾ ਕਿ ਓਨਟਾਰੀਓ ਵਿੱਚ ਆਟੋ ਬੀਮਾ ਦਰਾਂ ਬਹੁਤ ਜ਼ਿਆਦਾ ਨੇ ਅਤੇ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ, ਜਦਕਿ ਇਸ ਦੇ ਉਲਟ ਓਨਟਾਰੀਓ ਵਿੱਚ ਹਾਦਸਿਆਂ ਦੀ ਦਰ ਕੈਨੇਡਾ ਦੇ ਕਈ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਸਮੱਸਿਆ ਦਾ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਐਨਡੀਪੀ ਦੀ ਸਰਕਾਰ ਬਣਨ ਤੇ ਇਹ ਕਦਮ ਉਠਾਇਆ ਜਾਵੇਗਾ। Our auto insurance system in this province is broken. Together, we can fix it and put $660 a year back into
people's pockets. And in places like Brampton, that number is around $2,000. And we can do it by banning increases in auto insurance for the next 18 months, by banning postal code discrimination, and by putting together a commission that can provide us with a pathway to reduce auto insurance rates with a public system or a combination of public and private system by 40%. 40% reduction in the price of auto insurance for all Ontarians. Everybody is quite concerned about the cost of everyday living. The affordability of everyday life is going through the roof. Auto insurance costs are unfair in Ontario. We've known this for years and years and years. We have some of the lowest accident rates in the entire country, and yet we have the highest auto insurance premiums. We need to fix this, and we can fix this. We can fix the auto insurance system and make it fairer for everyone. ਕਿਊਬਿਕ ਦੀ ਮਿਸਾਲ ਪੇਸ਼ ਕਰਦਿਆਂ ਐਨਡੀਪੀ ਦੀ ਆਗੂ ਨੇ ਆਖਿਆ ਕਿ ਗੁਆਂਢੀ ਸੂਬੇ ਦੇ ਡਰਾਈਵਰ ਆਟੋ ਬੀਮੇ ਤੇ ਸਿਰਫ $850 ਖਰਚ ਕਰ ਰਹੇ ਨੇ, ਜਦਕਿ ਓਨਟਾਰੀਓ ਵਾਸੀਆਂ ਲਈ $1600 ਸਾਲਾਨਾ ਖਰਚ ਕਰਨ ਦੀ ਮਜਬੂਰੀ ਹੈ। ਐਂਡਰੀਆ ਨੇ ਮੈਨਟੋਬੀਆ, ਬ੍ਰਿਟਿਸ਼ ਕੋਲੰਬੀਆ ਅਤੇ ਸਕੈਚਵਨ ਦੀਆਂ ਬੀਮਾ ਦਰਾਂ ਦਾ ਵੀ ਜ਼ਿਕਰ ਕੀਤਾ, ਜੋ ਕਿ ਓਨਟਾਰੀਓ ਦੇ ਮੁਕਾਬਲੇ ਕਾਫੀ ਘੱਟ ਨੇ। ਉਹਨਾਂ ਨੇ ਆਖਿਆ ਕਿ ਸਰਕਾਰ ਬਣਦਿਆਂ ਹੀ ਆਟੋ ਇੰਸ਼ੋਰੈਂਸ ਦਰਾਂ ਵਧਾਉਣ ਤੇ ਰੋਕ ਲਗਾ ਦਿੱਤੀ ਜਾਵੇਗੀ, ਜਦਕਿ ਫਿਰ ਦਰਾਂ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਸਰਕਾਰ ਬਣਨ ਤੋਂ 2 ਸਾਲ ਦੇ ਅੰਦਰ ਬਰੈਂਪਟਨ ਵਾਸੀਆਂ ਦਾ ਆਟੋ ਇੰਸ਼ੋਰੈਂਸ ਖਰਚਾ 40% ਤੱਕ ਘਟ ਜਾਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸੰਬੰਧੀ ਹੋਈ ਬਹਿਸ ਵਿੱਚ 3 ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ ਨੇ, ਪਰ ਦੂਜੀ ओर ਫੋਰਡ ਨੇ ਇਹਨਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸੰਬੰਧੀ ਆਪਣਾ ਸੁਨੇਹਾ ਦਿੱਤਾ ਹੈ। ਪੀਸੀ ਪਾਰਟੀ ਦੇ ਆਗੂ ਡਗ ਫੋਰਡ ਨੂੰ ਸਿਹਤ ਅਤੇ ਸਿੱਖਿਆ ਦੇ ਮਸਲੇ ਤੇ ਵਿਰੋਧੀਆਂ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਪਰ ਦੂਜੇ ਪਾਸੇ ਉਹ ਗੰਭੀਰ ਸਵਾਲਾਂ ਵੱਲ ਜਾਣ ਦੀ ਬਜਾਏ ਇਨਫਰਾਸਟ੍ਰਕਚਰ ਅਤੇ ਅਫੋਰਡੇਬਿਲਟੀ ਦਾ ਰਾਗ ਲਾਪਤੇ ਦਿਖਾਈ ਦਿੱਤੇ। ਓਨਟਾਰੀਓ ਵਿਧਾਨ ਸਭਾ ਚੋਣਾਂ ਦੀ ਦੂਜੀ ਬਹਿਸ ਦੌਰਾਨ ਡਗ ਫੋਰਡ ਅਤੇ ਸਟੀਵਨ ਡਰਡੋਕਾ ਵਿਚਾਲੇ ਤਿੱਖੀ ਨੋਕ-ਝੋਕ ਹੋਈ। ਇਸ ਦੌਰਾਨ ਐਨਡੀਪੀ ਦੀ ਐਂਡਰੀਆ ਹੌਰਥ ਲਿਬਰਲ ਆਗੂ ਦੇ ਹੱਕ ਵਿੱਚ ਖੜੀ ਨਜ਼ਰ ਆਈ। ਉਧਰ ਦੂਜੇ ਪਾਸੇ ਗ੍ਰੀਨ ਪਾਰਟੀ ਦੇ ਮਾਈਕ ਰੇਨਰ ਨੇ ਡਗ ਫੋਰਡ 'ਚ ਨਰਸਾਂ ਦਾ ਨਿਰਾਦਰ ਕਰਨ ਦਾ ਵੀ ਦੋਸ਼ ਲਗਾਇਆ। ਐਨਡੀਪੀ ਦੀ ਆਗੂ ਐਂਡਰੀਆ ਹੌਰਥ ਨੇ ਦੋਸ਼ ਲਾਇਆ ਕਿ ਡਗ ਫੋਰਡ ਸਿੱਖਿਆ ਖੇਤਰ ਵਿੱਚ ਕੀਤੀਆਂ ਕਟੌਤੀਆਂ ਮੰਨਣ ਨੂੰ ਹੀ ਤਿਆਰ ਨਹੀਂ ਹੈ। ਡਗ ਫੋਰਡ ਵੱਲ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਵੱਲੋਂ ਫੰਡਾਂ ਵਿੱਚ ਕਟੌਤੀ ਕਾਰਨ ਸੂਬੇ ਦੀ ਸਿੱਖਿਆ ਪ੍ਰਣਾਲੀ ਡਾਵਾਂਡੋਲ ਹੋ ਚੁੱਕੀ ਹੈ। ਬੱਚਿਆਂ ਦੇ ਮਾਪਿਆਂ ਨੂੰ ਪੁੱਛ ਕੇ ਦੇਖ ਲਓ, ਉਹ ਵੀ ਤੁਹਾਨੂੰ ਇਹੀ ਗੱਲ ਕਹਿਣਗੇ। ਲਿਬਰਲ ਆਗੂ ਸਟੀਵਨ ਡੈਲਡੂਕਾ ਨੇ ਵੀ ਸਿੱਖਿਆ ਖੇਤਰ ਦੇ ਮੁੱਦੇ ਤੇ ਡਗ ਫੋਰਡ ਨੂੰ ਘੇਰਿਆ ਤੇ ਕਿਹਾ ਕਿ ਇਸ ਪਾਸੇ ਤੁਹਾਡਾ ਰਿਕਾਰਡ ਬੇਹੱਦ ਸ਼ਰਮਨਾਕ ਹੈ, ਤੁਸੀਂ ਸੂਬੇ ਨੂੰ ਅਸਫਲ ਕਰਕੇ ਰੱਖ ਦਿੱਤਾ ਹੈ। ਸਭ ਦੇ ਜਵਾਬ ਵਿੱਚ ਡਗ ਫੋਰਡ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਸਰਕਾਰ ਵੱਲ ਸਿੱਖਿਆ ਖੇਤਰ ਲਈ ਕੀਤੇ ਕੰਮਾਂ ਤੇ ਫਖਰ ਹੈ, ਕਿਉਂਕਿ ਇਸ ਨਾਲ ਵਿਦਿਆਰਥੀ ਭਵਿੱਖ ਵਿੱਚ ਨੌਕਰੀਆਂ ਵਾਸਤੇ ਤਿਆਰ ਹੋਣਗੇ। People don't care about that. Do you know what they care about? They care about jobs of the future. They care about their kids when they get out of university and college, that they have a proper job to go to and getting them prepped to have a better opportunity than anyone else. You know, we have 550,000 jobs with 338,000 in the waiting. We have the economy humming right now, and we're going to continue by creating an environment for companies to thrive and prosper and grow. We aren't competing against the people down the street. We're competing against folks over in Europe, down in South America, over in Asia, all over the world, and the United States. And guess what? We're beating them. We're beating them because we've created the environment. I don't feel I need to land any taxes. The people are going to have a clear choice. You have 3 parties that want to jack up your taxes, want to raise gas prices, so they want an additional carbon tax. They want to bring back the license plate stickers and the tolls. I don't. We're going to start building infrastructure. We're building the 413, the Bradford Bypass, Highway 7. I could list them all. Widening Highway 3. There's a whole list of highways that we're building. That's what people want to see. And we're going to continue building hospitals. We have 50 major projects, $40 billion in new hospitals in every single region across this province. We're building schools. As the Liberals and NDP closed 600 schools, we're building 100 schools, investing $14 billion into schools. So we're a government that builds, and we're going to continue building.
ਇਸ ਦੌਰਾਨ ਡਗਫੋਰਡ ਨੇ ਨੌਕਰੀਆਂ ਸਿਰਜਣ ਅਤੇ ਲੋਕਾਂ ਦੀ ਜੇਬ ਵਿੱਚ ਪੈਸੇ ਪਾਉਣ ਦੀ ਗੱਲ ਵੀ ਦੁਹਰਾਈ। ਡਗਫੋਰਡ ਨੇ ਦੋਸ਼ ਲਾਇਆ ਕਿ ਸਟੀਵਨ ਡੈਲ ਡੂਕਾ ਲਾਇਸੈਂਸ ਪਲੇਟ ਨਿਵਾਉਣ ਦੀ ਫੀਸ ਮੁੜ ਲਾਗੂ ਕਰਨਾ ਚਾਹੁੰਦੇ ਨੇ ਅਤੇ ਹਾਈਵੇ ਟੋਲ ਦੀ ਫੀਸ ਵਧਾਉਣ ਦੀ ਤਾਕ ਵਿੱਚ ਵੀ ਨੇ। ਦੱਸ ਦੇਈਏ ਕਿ ਡਗਫੋਰਡ ਹਾਈਵੇ 413 ਅਤੇ ਬ੍ਰੈਡਫੋਰਡ ਬਾਈਪਾਸ ਬਣਾਉਣਾ ਚਾਹੁੰਦੇ ਨੇ, ਜਦਕਿ ਵਿਰੋਧੀ ਧਿਰ ਪਹਿਲਾਂ ਤੋਂ ਮੌਜੂਦ ਸੜਕਾਂ ਨੂੰ ਬਿਹਤਰ ਬਣਾਉਣ ਤੇ ਜ਼ੋਰ ਦੇ ਰਹੇ ਨੇ। 90 ਮਿੰਟ ਤੱਕ ਚੱਲੀ ਬਹਿਸ ਦੌਰਾਨ ਐਂਡਰੀਆ ਹਰਤ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਓਨਟਾਰੀਓ ਦੇ ਜ਼ਿਆਦਾਤਰ ਮਸਲੇ ਹੱਲ ਕਰਨ ਦੀ ਤਾਕਤ ਰੱਖਦੀ ਹੈ। ਐਨਡੀਪੀ ਦੀ ਆਗੂ ਨੇ ਹਲਕਾ ਫੁਲਕਾ ਮਜ਼ਾਕ ਵੀ ਕੀਤਾ, ਪਰ ਨਾਲ ਹੀ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਬਹੁਤ ਕੁਝ ਦਾਅ ਤੇ ਲੱਗਿਆ ਹੋਇਆ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਜਿੱਥੇ ਇੱਕ ਪਾਸੇ ਇਸ ਸਾਲ ਸਿਰਫ ਟੋਰਾਂਟੋ ਖੇਤਰ 'ਚ ਵੱਖ-ਵੱਖ ਮਾਮਲਿਆਂ 'ਚ ਚਾਰਜ ਹੋਣ ਵਾਲੇ ਪੰਜਾਬੀਆਂ ਦੀ ਗਿਣਤੀ 97 ਤੱਕ ਪਹੁੰਚ ਗਈ ਹੈ, ਤਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ 2 ਪੰਜਾਬੀਆਂ ਤੇ ਲੱਗੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਇਲਜ਼ਾਮ ਆਇਦ ਕੀਤੇ ਗਏ ਨੇ। ਇਸ ਦੇ ਨਾਲ ਹੀ ਟੋਰਾਂਟੋ ਵਿੱਚ ਇੱਕ ਵਿਅਕਤੀ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ 'ਚ ਭਾਰਤੀ ਮੂਲ ਦੇ ਸ਼ੁਭਮ ਜੋਸ਼ੀ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਕੈਨੇਡਾ ਦੇ ਬਰੈਂਪਟਨ ਸ਼ਹਿਰ ਨਾਲ ਸੰਬੰਧਿਤ 2 ਪੰਜਾਬੀਆਂ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਇਲਜ਼ਾਮ ਆਇਦ ਕੀਤੇ ਗਏ ਨੇ। ਡਿਫਰੈਂਟ ਕਾਉਂਟੀ ਦੇ ਅੰਟੋਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ 26 ਸਾਲ ਦੇ ਅਜੇਪਾਲ ਸਿੰਘ ਭਰਮਾਰ ਅਤੇ 64 ਦੇ ਤੇਜਾ ਮਾਨ ਨੂੰ ਵੱਖ-ਵੱਖ ਥਾਵਾਂ ਤੇ ਰੋਕਿਆ ਗਿਆ ਤੇ ਚੈਕਿੰਗ ਦੌਰਾਨ ਇਹਨਾਂ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਕਥਿਤ ਤੌਰ ਤੇ ਹੱਦ ਤੋਂ ਜ਼ਿਆਦਾ ਮਿਲੀ। ਅੰਟੋਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ ਮੂਲਮੂਰ ਕਸਬੇ ਦੇ ਰਿਵਰ ਰੋਡ ਇਲਾਕੇ ਵਿੱਚ ਹਾਦਸੇ ਦੀ ਇਤਲਾਹ ਮਿਲੀ ਅਤੇ ਮੌਕੇ ਤੇ ਪਹੁੰਚੇ ਅਫਸਰਾਂ ਨੇ ਪੜਤਾਲ ਆਰੰਭ ਕੀਤੀ ਤਾਂ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਮਾਮਲਾ ਮਹਿਸੂਸ ਹੋਇਆ। ਗੱਡੀ ਚਲਾ ਰਹੇ ਬਰੈਂਪਟਨ ਦੇ ਅਜੇਪਾਲ ਸਿੰਘ ਭਰਮਾਰ ਦਾ ਟੈਸਟ ਕਰਨ ਮਗਰੋਂ ਉਸ ਵਿਰੁੱਧ 2 ਇਲਜ਼ਾਮ ਆਇਦ ਕੀਤੇ ਗਏ ਨੇ। ਦੂਜੇ ਪਾਸੇ ਅਰਜਵਾਲ ਕਸਬੇ ਵਿੱਚ ਹਾਈਵੇ 10 ਨੇੜੇ ਬੋਰਡਵੇ ਦੇ ਇੱਕ ਨਾਕੇ ਦੌਰਾਨ ਤੇਜੇ ਮਾਨ ਦੀ ਗੱਡੀ ਰੋਕੀ ਗਈ। ਮੌਕੇ ਤੇ ਮੌਜੂਦ ਅਫਸਰਾਂ ਨੇ ਸ਼ੱਕ ਹੋਣ ਤੇ ਉਸ ਦਾ ਟੈਸਟ ਕੀਤਾ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 2 ਇਲਜ਼ਾਮ ਆਇਦ ਕਰ ਦਿੱਤੇ। ਇਸ ਤੋਂ ਇਲਾਵਾ ਦੋਹਾਂ ਜਣਿਆਂ ਦੇ ਡਰਾਈਵਿੰਗ ਲਾਇਸੈਂਸ 90 ਦਿਨ ਵਾਸਤੇ ਮੁਅੱਤਲ ਕਰ ਦਿੱਤੇ ਗਏ, ਜਦਕਿ ਗੱਡੀਆਂ 7 ਦਿਨ ਜ਼ਬਤ ਰਹਿਣਗੀਆਂ। ਇਹਨਾਂ ਦੀ ਔਰੰਜਵਿਲ ਅਦਾਲਤ ਵਿੱਚ ਪੇਸ਼ੀ ਜੁਲਾਈ ਵਿੱਚ ਹੋਵੇਗੀ। ਦੂਜਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਟੋਰਾਂਟੋ ਪੁਲਿਸ ਨੇ ਖਤਰਨਾਕ ਡਰਾਈਵਿੰਗ ਕਰਨ ਦੇ ਮਾਮਲੇ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮਿਸੀਸਾਗਾ ਦੇ ਵਾਸੀ ਸ਼ੁਭਮ ਜੋਸ਼ੀ ਤੇ ਇਲਜ਼ਾਮ ਹੈ ਕਿ ਉਸਨੇ ਆਪਣੀ ਗੱਡੀ ਨਾਲ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰੀ। ਇੱਥੋਂ ਤੱਕ ਕਿ ਉਹ ਲੰਬੀ ਦੂਰੀ ਤੱਕ ਉਸ ਨੂੰ ਘੜੀਸਦਾ ਹੋਇਆ ਲੈ ਗਿਆ ਤੇ ਫਰਾਰ ਹੋ ਗਿਆ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 15 ਮਈ ਦੀ ਸਵੇਰ ਨੂੰ ਡਾਊਨਟਾਊਨ ਟੋਰਾਂਟੋ ਵਿਖੇ ਇੱਕ ਵਿਅਕਤੀ ਪੈਦਲ ਜਾ ਰਿਹਾ ਸੀ, ਜਿਸ ਨੂੰ ਇੱਕ ਮਿਨੀ ਵੈਨ ਨੇ ਟੱਕਰ ਮਾਰ ਦਿੱਤੀ ਤੇ ਟੱਕਰ ਲੱਗਣ ਤੋਂ ਬਾਅਦ ਡਰਾਈਵਰ ਨੇ ਗੱਡੀ ਨਹੀਂ ਰੋਕੀ ਤੇ ਪੀੜਤ ਨੂੰ 100 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ, ਜਿਸ ਕਾਰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਟੋਰਾਂਟੋ ਦੇ ਚਰਚ ਵੈਲਸਲੀ ਵਿਲੇਜ ਨੇੜੇ ਜਦ ਇਹ ਹਾਦਸਾ ਵਾਪਰਿਆ, ਉਸ ਵੇਲੇ 36 ਸਾਲਾ ਵਿਅਕਤੀ ਚਰਚ ਸਟਰੀਟ ਦੇ ਪੂਰਬ ਵਾਲੇ ਪਾਸੇ ਖੜਾ ਸੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਾਦਸੇ ਮਗਰੋਂ ਗੱਡੀ ਚਾਲਕ ਫਰਾਰ ਹੋ ਗਿਆ, ਪਰ ਬਾਅਦ 'ਚ ਵੈਲਸਲੀ ਅਤੇ ਸ਼ੇਰ ਵੌਨ ਸਟਰੀਟ ਦੇ ਨੇੜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੀ ਪਹਿਚਾਣ 25 ਸਾਲ ਸ਼ੁਭਮ ਜੋਸ਼ੀ ਵਜੋਂ ਹੋਈ ਹੈ, ਜੋ ਕਿ ਮਿਸੀਸਾਗਾ ਦਾ ਨਿਵਾਸੀ ਹੈ। ਹਾਲਾਂਕਿ ਉਸ ਦੀ ਗੱਡੀ ਸਰਵਿਸ ਸਟਰੀਟ ਦੇ ਨੇੜਿਓਂ ਬਰਾਮਦ ਹੋਈ ਹੈ। ਸ਼ੁਭਮ ਤੇ ਖਤਰਨਾਕ ਡਰਾਈਵਿੰਗ ਕਰਨ ਤੇ ਹਾਦਸੇ ਤੋਂ ਬਾਅਦ ਫਰਾਰ ਹੋਣ ਦੇ ਇਲਜ਼ਾਮ ਆਇਦ ਕੀਤੇ ਗਏ ਨੇ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪੀੜਤ ਦੀ ਉਮਰ 36 ਸਾਲ ਹੈ, ਜਿਸ ਨੂੰ ਟੋਰਾਂਟੋ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਹਾਦਸੇ ਦੀ ਕੋਈ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੋਵੇ, ਉਹ ਜਾਂਚਕਰਤਾਵਾਂ ਨਾਲ ਜ਼ਰੂਰ ਸੰਪਰਕ ਕਰੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਸਰੀ ਵਿੱਚ ਇੱਕ ਪੰਜਾਬੀ ਪੁਲਿਸ ਅਫਸਰ ਵਿਰੁੱਧ 2020 ਦੇ ਸੜਕ ਹਾਦਸੇ ਵਿੱਚ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕਰ ਦਿੱਤੇ ਗਏ ਨੇ। ਇਸ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਸੀਕਿਊਸ਼ਨ ਸਰਵਿਸ ਨੇ ਮੀਡੀਆ ਨੂੰ ਵੇਰਵਾ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰਣਦੀਪ ਸਿੰਘ ਰੰਧਾਵਾ ਵਿਰੁੱਧ ਕਿਸ ਆਧਾਰ ਤੇ ਦੋਸ਼ ਆਇਦ ਕੀਤੇ ਗਏ ਨੇ। ਸਰੀ 'ਚ 2 ਸਾਲ ਪਹਿਲਾਂ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਦੇ ਅਫਸਰ ਰਣਦੀਪ ਸਿੰਘ ਰੰਧਾਵਾ ਵਿਰੁੱਧ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕਰ ਦਿੱਤੇ ਗਏ ਨੇ। ਰੰਧਾਵਾ ਦੀ 15 ਜੂਨ ਨੂੰ ਸਰੀ ਦੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪਹਿਲੀ ਪੇਸ਼ੀ ਪਏਗੀ। ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਂਸਟੇਬਲ ਰਣਦੀਪ ਸਿੰਘ ਰੰਧਾਵਾ ਵਿਰੁੱਧ ਇੱਕ ਤਜਰਬੇਕਾਰ ਕਰਾਊਨ ਕਾਉਂਸਲ ਵੱਲ ਦੋਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦਾ ਹਾਦਸੇ ਤੋਂ ਪਹਿਲਾਂ ਜਾਂ ਮੌਜੂਦਾ ਸਮੇਂ ਰੰਧਾਵਾ ਨਾਲ ਕੋਈ ਸੰਬੰਧ ਨਹੀਂ ਸੀ।
ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫੀਸਰ ਦੇ ਮੁਤਾਬਕ 2 ਸਾਲ ਪਹਿਲਾਂ 4 ਨਵੰਬਰ 2020 ਨੂੰ ਰਾਤ ਦੇ 11 ਵਜੇ ਸਰੀ ਦੀ 128 ਸਟਰੀਟ ਅਤੇ 93 ਐਵੇਨਿਊ ਦੇ ਚੌਰਾਹੇ ਤੇ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਪੁਲਿਸ ਦੀ ਗੱਡੀ ਅਤੇ ਇੱਕ ਚਿੱਟੇ ਰੰਗ ਦੀ ਵੌਕਸਵੈਗਨ ਜੈਟਾ ਵਿਚਾਲੇ ਟੱਕਰ ਹੋ ਗਈ ਸੀ। ਇਸ ਦੌਰਾਨ ਦੋਵਾਂ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਉਣਾ ਪਿਆ। ਪੁਲਿਸ ਦੀ ਗੱਡੀ ਨੂੰ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਅਫਸਰ ਰਣਦੀਪ ਰੰਧਾਵਾ ਚਲਾ ਰਿਹਾ ਸੀ। ਹਾਦਸੇ ਤੋਂ ਇੱਕ ਦਿਨ ਬਾਅਦ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਕਿ ਸਾਥੀ ਪੁਲਿਸ ਅਫਸਰਾਂ ਨੇ ਕਾਂਸਟੇਬਲ ਰਣਦੀਪ ਰੰਧਾਵਾ ਨੂੰ ਸੱਦਿਆ ਸੀ, ਜੋ ਕਿ ਇੱਕ ਅਪਰਾਧੀ ਨੂੰ ਫੜਨ ਦਾ ਯਤਨ ਕਰ ਰਹੇ ਸੀ, ਜਿਸ ਦੇ ਕੈਨੇਡਾ ਪੱਧਰੀ ਵਾਰੰਟ ਕੱਢੇ ਗਏ ਸਨ। ਸੂਚਨਾ ਮਿਲਣ ਤੇ ਰਣਦੀਪ ਰੰਧਾਵਾ ਤੇਜ਼ੀ ਨਾਲ ਗੱਡੀ ਲੈ ਕੇ ਗਿਆ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਧਰ ਪੁਲਿਸ ਅਧਿਕਾਰੀਆਂ ਨਾਲ ਮੁਕਾਬਲੇ ਦੌਰਾਨ ਸ਼ੱਕੀ ਅਪਰਾਧੀ ਇੱਕ ਲੋਡ ਹੈਂਡਲ ਛੱਡ ਕੇ ਭੱਜਣ ਵਿੱਚ ਸਫਲ ਹੋ ਗਿਆ। ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫੀਸਰ ਨੇ ਦੱਸਿਆ ਕਿ ਉਸਨੇ ਦੋਸ਼ਾਂ ਤੇ ਵਿਚਾਰ ਕਰਨ ਲਈ ਪਿਛਲੇ ਸਤੰਬਰ ਮਹੀਨੇ ਵਿੱਚ ਇਸ ਦੀ ਰਿਪੋਰਟ ਕਰਾਊਨ ਕੌਂਸਲ ਕੋਲ ਜਮ੍ਹਾਂ ਕਰਵਾ ਦਿੱਤੀ ਸੀ। BC ਪ੍ਰੋਸੀਕਿਊਸ਼ਨ ਸਰਵਿਸ ਨੇ ਮੀਡੀਆ ਨੂੰ ਇਸ ਸੰਬੰਧੀ ਵੇਰਵਾ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਰੰਧਾਵਾ ਵਿਰੋਧ ਕਿਸ ਆਧਾਰ ਤੇ ਦੋਸ਼ ਆਇਦ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਕੇਸ ਹੁਣ ਕੋਰਟ ਵਿੱਚ ਚਲਾ ਗਿਆ ਹੈ, ਇਸ ਲਈ ਉਹ ਇਸ ਸਮੇਂ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਬਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੀ ਪੰਜਾਬੀ ਮੂਲ ਦੀ ਉਮੀਦਵਾਰ ਰਿੰਮੀ ਚੱਜ ਦੇ ਚੋਣ ਨਿਸ਼ਾਨ ਵਾਲੇ ਪੋਸਟਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੇ ਕਾਰਵਾਈ ਕਰਦਿਆਂ ਪੀਲ ਪੁਲਿਸ ਨੇ 2 ਨੌਜਵਾਨਾਂ ਖਿਲਾਫ ਦੋਸ਼ ਆਇਦ ਕਰ ਦਿੱਤੇ ਨੇ। ਬਰੈਂਪਟਨ ਵੈਸਟ ਤੋਂ ਪੰਜਾਬੀ ਉਮੀਦਵਾਰ ਰਿੰਮੀ ਚੱਜ ਦਾ ਚੋਣ ਨਿਸ਼ਾਨ ਪਾੜਨ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ 2 ਨੌਜਵਾਨਾਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਨੇ। ਇਹ ਦੋਵੇਂ ਮਿਸੀਸਾਗਾ ਤੇ ਬਰੈਂਪਟਨ ਦੇ ਵਾਸੀ ਨੇ ਤੇ ਇਹਨਾਂ ਵਿੱਚੋਂ ਇੱਕ ਦੀ ਉਮਰ 25 ਸਾਲ ਤੇ ਦੂਜੇ ਦੀ 23 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਪਿਛਲੇ ਹਫ਼ਤੇ ਬਰੈਂਪਟਨ ਵੈਸਟ ਵਿੱਚ ਵਾਪਰੀ ਸੀ, ਜਿੱਥੇ ਲਿਬਰਲ ਉਮੀਦਵਾਰ ਰਿੰਮੀ ਚੱਜ ਦਾ ਚੋਣ ਨਿਸ਼ਾਨ ਪਾੜਿਆ ਗਿਆ ਸੀ। ਇਸ ਸੰਬੰਧੀ ਓਨਟਾਰੀਓ ਲਿਬਰਲ ਪਾਰਟੀ ਨੇ ਚੋਣ ਨਿਸ਼ਾਨ ਪਾੜਨ ਵਾਲੇ ਦੀਆਂ ਵੀਡੀਓ ਪੁਲਿਸ ਦੇ ਮੀਡੀਆ ਨੂੰ ਮੁਹੱਈਆ ਕਰਵਾਈਆਂ। ਪਹਿਲੀ ਵੀਡੀਓ ਵਿੱਚ ਇੱਕ ਵਿਅਕਤੀ ਚੋਣ ਨਿਸ਼ਾਨ ਪਾੜਦਾ ਹੈ ਅਤੇ ਆਪਣੇ ਹੱਥ ਵਿੱਚ ਹੀ ਲੈ ਕੇ ਉੱਥੋਂ ਨਿਕਲ ਜਾਂਦਾ ਹੈ, ਜਦਕਿ ਦੂਜੀ ਵੀਡੀਓ ਵਿੱਚ ਇੱਕ ਵਿਅਕਤੀ ਚਿੱਟੇ ਰੰਗ ਦੀ ਵੈਨ ਵਿੱਚ ਉਤਰ ਕੇ ਆਉਂਦਾ ਹੈ ਤੇ ਉਹ ਲੱਕੜ ਦੀ ਵਾੜ ਨੂੰ ਪਾਰ ਕਰਕੇ ਉੱਥੇ ਜਾਂਦਾ ਦਿਖਾਈ ਦੇ ਰਿਹਾ, ਜਿੱਥੇ ਰਿੰਮੀ ਚੱਜ ਦਾ ਚੋਣ ਨਿਸ਼ਾਨ ਲੱਗਿਆ ਹੋਇਆ। ਇਸ ਮਗਰੋਂ ਲਿਬਰਲ ਉਮੀਦਵਾਰ ਦੇ ਉਸ ਚੋਣ ਨਿਸ਼ਾਨ ਨੂੰ ਪਾੜ ਦਿੰਦਾ ਹੈ ਅਤੇ ਵਾਪਸ ਵੈਨ ਵਿੱਚ ਚਲਾ ਜਾਂਦਾ ਹੈ। ਨੇੜੇ ਲੱਗੇ ਕੈਮਰਿਆਂ ਵਿੱਚ ਕੈਦ ਹੋਈ ਵੀਡੀਓ ਵਿੱਚ ਜਿਹੜੀ ਵੈਨ ਉਹ ਸ਼ਖਸ ਲੈ ਕੇ ਆਇਆ ਸੀ, ਉਸ ਤੇ ਕੈਂਪ ਪਰਫਾਰਮਿੰਗ ਕੰਪਨੀ ਦਾ ਲੋਗੋ ਤੇ ਨਾਮ ਲਿਖਿਆ ਹੋਇਆ ਸੀ। ਇਸ ਆਧਾਰ ਤੇ ਪੀਲ ਪੁਲਿਸ ਕਥਿਤ ਮੁਲਜ਼ਮਾਂ ਤੱਕ ਪਹੁੰਚ ਸਕੀ ਹੈ। ਉਧਰੋਂ ਵੀਡੀਓ ਦੇਖਣ ਮਗਰੋਂ ਕੈਂਪ ਪਰਫਾਰਮਿੰਗ ਕੰਪਨੀ ਨੇ ਦੱਸਿਆ ਕਿ ਸੰਬੰਧਿਤ ਦੋਵੇਂ ਸ਼ਖਸਾਂ ਉਹਨਾਂ ਦੀ ਕੰਪਨੀ ਦੇ ਮੁਲਾਜ਼ਮ ਸੀ, ਜਿਨ੍ਹਾਂ ਨੂੰ ਤੁਰੰਤ ਕਾਰਵਾਈ ਕਰਦਿਆਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਗਰੋਂ ਪੀਲ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਮਿਸੀਸਾਗਾ ਦੇ ਵਾਸੀ 25 ਸਾਲਾ ਨੌਜਵਾਨ ਅਤੇ ਬਰੈਂਪਟਨ ਦੇ ਵਾਸੀ 23 ਸਾਲਾ ਨੌਜਵਾਨ ਤੇ ਦੋਸ਼ ਆਇਦ ਕੀਤੇ ਨੇ, ਜਿਨ੍ਹਾਂ ਦੀਆਂ ਤਸਵੀਰਾਂ ਹਜੇ ਜਨਤਕ ਨਹੀਂ ਕੀਤੀਆਂ ਗਈਆਂ। ਫਿਲਹਾਲ ਇਹਨਾਂ ਦੋਵਾਂ ਨੌਜਵਾਨਾਂ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਇਹਨਾਂ ਦੋਵਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਮਾਮਲਾ ਪੁਲਿਸ ਕੋਲ ਜਾਣ ਮਗਰੋਂ ਕੈਂਪ ਫਾਰਮਿੰਗ ਕੰਪਨੀ ਦੀ ਵਾਈਸ ਪ੍ਰੈਜ਼ੀਡੈਂਟ ਕ੍ਰਿਸਟੀਨਾ ਲਿਬਰਲ ਉਮੀਦਵਾਰ ਰਿੰਮੀ ਚੱਜ ਕੋਲ ਗਈ ਅਤੇ ਆਪਣੇ ਮੁਲਾਜ਼ਮਾਂ ਵੱਲੋਂ ਕੀਤੀ ਹਰਕਤ ਲਈ ਮਾਫੀ ਮੰਗੀ ਹੈ। ਉਧਰ ਰਿੰਮੀ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੰਪਨੀ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਖੁਦ ਅੱਗੇ ਆ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਆਪਣੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅਮਰੀਕਾ ਤੋਂ ਡਿਪੋਰਟ ਹੋਣ ਦੇ ਡਰ ਹੇਠ ਜ਼ਿੰਦਗੀ ਗੁਜ਼ਾਰ ਰਹੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਹੈ। ਅਮਰੀਕਾ ਦੇ ਵਿੱਚ 2.5 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਬੱਚੇ ਜੋ ਕਿ ਬੈਕਲੌਗ ਕਾਰਨ ਨਾਗਰਿਕਤਾ ਲੈਣ ਦੀ ਉਡੀਕ ਕਰ ਰਹੇ ਨੇ, ਉਹਨਾਂ ਨੂੰ ਨਾਗਰਿਕਤਾ ਦੇਣ ਦੀ ਮੰਗ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਚੱਕੀ ਜਾ ਰਹੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਦੇ ਇੱਕ ਸਮੂਹ ਨੇ ਅਮਰੀਕਾ ਵਿੱਚ ਪ੍ਰਵਾਸ ਕਰਨ ਦੇ ਚਾਹਵਾਨ 21 ਸਾਲਾਂ ਤੋਂ ਘੱਟ ਉਮਰ ਦੇ ਲਗਭਗ 2,50,000 ਲੋਕਾਂ ਨੂੰ ਯਾਨੀ ਕਿ ਡਾਕੂਮੈਂਟਡ ਡ੍ਰੀਮਰਸ ਨੂੰ ਨਾਗਰਿਕਤਾ ਦੇਣ ਲਈ ਇੱਕ ਐਕਟ ਪਾਸ ਕਰਨ ਲਈ ਮੁੜ ਅਪੀਲ ਕੀਤੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਅਮਰੀਕਨ ਨੇ। ਕੈਲੀਫੋਰਨੀਆ ਦੇ ਸੈਨੇਟਰ ਐਲੈਕਸ ਪੈਡਿਲਾ ਅਤੇ ਅਮਰੀਕਾ ਦੀ ਕਾਂਗਰਸ ਮੈਂਬਰ ਡੋਬਰਾ ਰੌਸ ਦੀ ਅਗਵਾਈ ਵਾਲੇ ਕਾਨੂੰਨ ਸਾਜ਼ਾਂ ਨੇ ਸੈਨੇਟ ਅਤੇ ਪ੍ਰਤੀਨਿਧ ਸਦਨ ਵਿੱਚ ਆਪਣੇ ਸਹਿਯੋਗੀਆਂ ਨੂੰ ਅਮਰੀਕਾ ਦਾ ਚਿਲਡਰਨ ਐਕਟ ਪਾਸ ਕਰਨ ਦੀ ਅਪੀਲ ਕੀਤੀ ਹੈ,
ਜੋ ਕਿ ਅਮਰੀਕਾ ਵਿੱਚ ਪ੍ਰਵਾਸ ਕਰ ਰਹੇ ਪਰ ਗ੍ਰੀਨ ਕਾਰਡ ਪਾਉਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੇ ਬੱਚਿਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਪ੍ਰਦਾਨ ਕਰੇਗਾ। ਗ੍ਰੀਨ ਕਾਰਡ ਲਈ ਵੱਡੀ ਗਿਣਤੀ ਵਿੱਚ ਦਰਖਾਸਤਾਂ ਆਉਣ ਕਾਰਨ ਉਹਨਾਂ ਨੂੰ ਇੱਕ ਪੱਕਾ ਰਿਹਾਇਸ਼ੀ ਕਾਰਡ ਅਜੇ ਤੱਕ ਨਹੀਂ ਮਿਲ ਸਕਿਆ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ਤੇ ਸਥਾਈ ਨਿਵਾਸ ਕਾਰਡ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਬੂਤ ਵਜੋਂ ਸੰਯੁਕਤ ਰਾਜ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਹੈ। ਇੱਕ ਦਸਤਾਵੇਜ਼ ਹੈ ਜਿਸ ਕਰਕੇ ਧਾਰਕ ਨੂੰ ਸੰਯੁਕਤ ਰਾਜ ਵਿੱਚ ਸਥਾਈ ਨਿਵਾਸ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਲਗਭਗ 2,50,000 ਬੱਚੇ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਪਲਦੇ ਨੇ, ਪਰ 21 ਸਾਲ ਦੇ ਹੋਣ ਤੇ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ। ਪੈਡਿਲਾ ਨੇ ਪੱਤਰਕਾਰਾਂ ਨੂੰ ਆਖਿਆ ਕਿ ਇਹਨਾਂ ਬੱਚਿਆਂ ਲਈ 21 ਸਾਲ ਦੇ ਹੋਣ ਦਾ ਮਤਲਬ ਹੈ ਕਿ ਇੱਕ ਅਸੰਭਵ ਵਿਕਲਪ ਦਾ ਸਾਹਮਣਾ ਕਰਨਾ। ਜਾਂ ਤਾਂ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਘਰ ਪਰਤਦੇ ਨੇ ਜਿਸ ਨਾਲ ਉਹ ਸ਼ਾਇਦ ਹੀ ਕੋਈ ਸੰਬੰਧ ਮਹਿਸੂਸ ਕਰਦੇ ਨੇ, ਜਾਂ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਲੁਕੇ ਰਹਿੰਦੇ ਨੇ। ਇੰਡੀਅਨ ਅਮਰੀਕਨ ਸੰਸਦ ਮੈਂਬਰ ਐਮੀ ਬੇਰਾ ਨੇ ਆਖਿਆ ਕਿ ਇਹ ਬੱਚੇ ਅਮਰੀਕਾ ਵਿੱਚ ਵੱਡੇ ਹੋਏ ਨੇ ਅਤੇ ਉਹ ਇਸ ਦੇਸ਼ ਨੂੰ ਹੀ ਆਪਣਾ ਘਰ ਮੰਨਦੇ ਨੇ। ਫਿਰ ਵੀ ਉਹ 21 ਸਾਲ ਦੀ ਉਮਰ ਹੋਣ ਦੇ ਸਵਦੇਸ਼ ਭੇਜੇ ਜਾਣ ਤੇ ਜੋਖਮ ਦਾ ਸਾਹਮਣਾ ਕਰਦੇ ਨੇ, ਕਿਉਂਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਅਰਜ਼ੀਆਂ ਯਾਨੀ ਕਿ ਗ੍ਰੀਨ ਕਾਰਡਾਂ ਲਈ ਲੰਬਿਤ ਹਨ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੰਸਦ ਨੂੰ ਅਮਰੀਕਾ ਦਾ ਚਿਲਡਰਨ ਐਕਟ ਪਾਸ ਕਰਨਾ ਚਾਹੀਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਹੁਣ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਨਾਲ ਜੁੜੀਆਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਜਲਦੀ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਹੋਵੇਗੀ। ਅਮਰੀਕਾ ਵਿੱਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਇੱਕ ਸਲਾਹਕਾਰ ਕਮਿਸ਼ਨ ਵੱਲੋਂ ਰਾਸ਼ਟਰਪਤੀ ਜੋ ਬਾਈਡਨ ਨੂੰ ਕੀਤੀ ਸਿਫਾਰਿਸ਼ ਤਹਿਤ ਸਾਰੀਆਂ ਬਕਾਇਆ ਅਰਜ਼ੀਆਂ ਦਾ 6 ਮਹੀਨੇ ਦੇ ਅੰਦਰ ਨਿਪਟਾਰਾ ਕਰਨ ਲਈ ਆਖ ਦਿੱਤਾ ਗਿਆ। ਇਸ ਸਿਫਾਰਿਸ਼ ਨੂੰ ਪ੍ਰਵਾਨਗੀ ਲਈ ਵਾਈਟ ਹਾਊਸ ਭੇਜਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਵੇਗਾ ਜੋ ਕਿ ਕਈ ਸਾਲਾਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ। ਗ੍ਰੀਨ ਕਾਰਡ ਅਰਜ਼ੀਆਂ ਦਾ ਬੈਕਲੌਗ ਘਟਾਉਣ ਲਈ ਸਲਾਹਕਾਰ ਕਮਿਸ਼ਨ ਵੱਲੋਂ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਵਿਭਾਗ ਨੂੰ ਆਪਣੀਆਂ ਨੀਤੀਆਂ ਅਤੇ ਪ੍ਰੋਸੈਸਿੰਗ ਪ੍ਰਕਿਰਿਆ ਦੀ ਸਮੀਖਿਆ ਕਰਨ ਦਾ ਸੁਝਾਅ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਗੈਰ ਜ਼ਰੂਰੀ ਸ਼ਰਤਾਂ ਹਟਾਉਣ ਅਤੇ ਅਰਜ਼ੀਆਂ ਨੂੰ ਹੱਥੀਂ ਪ੍ਰਵਾਨਗੀ ਦੇਣ ਦੀ ਬਜਾਏ ਆਟੋਮੈਟਿਕ ਪ੍ਰਕਿਰਿਆ ਅਪਣਾਉਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਇਹਨਾਂ ਸਿਫਾਰਿਸ਼ਾਂ ਰਾਹੀਂ ਗ੍ਰੀਨ ਕਾਰਡ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਘਟਾਇਆ ਜਾ ਸਕੇਗਾ। ਦੂਜੇ ਪਾਸੇ ਨੈਸ਼ਨਲ ਵੀਜ਼ਾ ਸੈਂਟਰ ਨੂੰ ਕੀਤੀ ਸਿਫਾਰਿਸ਼ ਵਿੱਚ ਸਲਾਹਕਾਰ ਕਮਿਸ਼ਨ ਨੇ ਕਿਹਾ ਕਿ ਗ੍ਰੀਨ ਕਾਰਡ ਅਰਜ਼ੀਆਂ ਦੇ ਜਲਦ ਨਿਪਟਾਰੇ ਵਾਸਤੇ ਵਧੇਰੇ ਅਫਸਰਾਂ ਦੀ ਭਰਤੀ ਕੀਤੀ ਜਾਵੇ ਅਤੇ ਆਉਂਦੇ 3 ਮਹੀਨਿਆਂ ਦੌਰਾਨ ਇੰਟਰਵਿਊ ਦੇ ਸੱਦੇ ਭੇਜਣ ਦੀ ਗਿਣਤੀ ਦੁੱਗਣੀ ਅਤੇ ਅਗਸਤ 2022 ਤੋਂ ਅਗਲੇ 3 ਮਹੀਨਿਆਂ ਦੌਰਾਨ 2.5 ਗੁਣਾ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਅਪ੍ਰੈਲ 2022 ਤੋਂ ਅਪ੍ਰੈਲ 2023 ਤੱਕ ਤਕਰੀਬਨ 32,000 ਅਰਜ਼ੀਆਂ ਦਾ ਨਿਪਟਾਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ। ਇਸ ਦੇ ਨਾਲ ਹੀ ਸਲਾਹਕਾਰ ਕਮਿਸ਼ਨ ਇਸ ਅੰਕੜੇ ਨੂੰ ਦੁੱਗਣਾ ਅਤੇ 2.5 ਗੁਣਾ ਕਰਵਾਉਣਾ ਚਾਹੁੰਦੀ ਹੈ। ਇਸ ਮਗਰੋਂ ਗ੍ਰੀਨ ਕਾਰਡ ਵੀਜ਼ਾ ਨਾਲ ਸੰਬੰਧਿਤ ਇੰਟਰਵਿਊ ਅਤੇ ਵੀਜ਼ਾ ਪ੍ਰੋਸੈਸਿੰਗ 6 ਮਹੀਨੇ ਦੇ ਅੰਦਰ ਮੁਕੰਮਲ ਕਰਨ ਦੀ ਸਮਾਂ ਹੌਂਦ ਤੈਅ ਕੀਤੀ ਜਾਵੇਗੀ। ਪ੍ਰਵਾਸੀਆਂ ਦਾ ਅਮਰੀਕਾ ਵਿੱਚ ਰਹਿਣਾ ਅਤੇ ਕੰਮ ਕਰਨਾ ਸੌਖਾ ਕਰਨ ਲਈ ਸਲਾਹਕਾਰ ਕਮਿਸ਼ਨ ਵੱਲੋਂ ਵਰਕ ਪਰਮਿਟ ਅਰਜ਼ੀਆਂ ਦੀ 3 ਮਹੀਨੇ ਦੇ ਅੰਦਰ ਸਮੀਖਿਆ ਕਰਨ, ਇਸ ਦੇ ਨਾਲ ਹੀ ਯਾਤਰਾ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਜਲਦ ਤੋਂ ਜਲਦ ਫੈਸਲਾ ਲੈਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਇੱਥੇ ਦੱਸਣਾ ਬੰਦ ਹੈ ਕਿ 2021 ਦੇ ਵਿੱਤੀ ਵਰ੍ਹੇ ਦੇ ਦੌਰਾਨ ਸਿਰਫ 65,4502 ਪਰਿਵਾਰਾਂ ਨੂੰ ਗ੍ਰੀਨ ਕਾਰਡ ਦਿੱਤੇ ਗਏ, ਜਦਕਿ ਸਾਲਾਨਾ 2,26,000 ਗ੍ਰੀਨ ਕਾਰਡ ਜਾਰੀ ਕੀਤੇ ਜਾ ਸਕਦੇ ਨੇ। ਭਾਰਤੀ ਮੂਲ ਦੇ ਕਮਿਊਨਿਟੀ ਆਗੂ ਅਜੇ ਜੈਨ ਪਟੋਰੀਆ ਨੇ ਦੱਸਿਆ ਕਿ ਬੀਤੇ ਅਪ੍ਰੈਲ ਮਹੀਨੇ ਦੌਰਾਨ 4,21,000 ਤੋਂ ਵੱਧ ਇੰਟਰਵਿਊ ਪੈਂਡਿੰਗ ਪਈਆਂ ਨੇ। ਅਜੇ ਜੈਨ ਨੇ ਆਖਿਆ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਅਮਰੀਕਾ ਦੀ ਆਬਾਦੀ ਤੇਜ਼ੀ ਨਾਲ ਵਧੀ, ਪਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਉਸ ਰਫ਼ਤਾਰ ਨਾਲ ਤਬਦੀਲੀ ਵਿੱਚ ਨਹੀਂ ਲਿਆਂਦਾ ਗਿਆ। ਇਮੀਗ੍ਰੇਸ਼ਨ ਦੇ ਸਾਲਾਨਾ ਟੀਚੇ 1990 ਦੇ ਦਹਾਕੇ ਵਿੱਚ ਤੈਅ ਕੀਤੇ ਗਏ ਸੀ ਅਤੇ ਹੁਣ ਤੱਕ ਉਹੀ ਟੀਚੇ ਚੱਲ ਰਹੇ ਨੇ। ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਦੀ ਗਿਣਤੀ ਮਿਣੀ ਅਜੀਬ ਗਰੀਬ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰੀਨ ਕਾਰਡ ਵੀਜ਼ੇ ਅਣਵਰਤੇ ਰਹਿ ਜਾਂਦੇ ਨੇ। ਅਜੇ ਜੈਨ ਪਟੋਰੀਆ ਨੇ ਦੱਸਿਆ ਕਿ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ ਦੀ ਪ੍ਰੋਸੈਸਿੰਗ ਤਰਜੀਹੀ ਆਧਾਰ ਤੇ ਕਰਵਾਉਣ ਲਈ $2500 ਦੀ ਫੀਸ ਰੱਖਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ, ਜਿਸ ਰਾਹੀਂ ਪ੍ਰਵਾਸੀਆਂ ਨੂੰ ਆਪਣੀ ਫਾਈਲ ਦਾ ਨਿਪਟਾਰਾ 45 ਦਿਨਾਂ ਦੇ ਅੰਦਰ ਕਰਵਾਉਣ ਦਾ ਹੱਕ ਮਿਲ ਜਾਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਆਸਟ੍ਰੇਲੀਆ ਵਿੱਚ ਕਾਮਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਵਰਕਪਲੇਸ ਟ੍ਰਿਬਿਊਨਲ ਦੁਆਰਾ ਦਿੱਤੇ ਗਏ ਇੱਕ ਇਤਿਹਾਸਕ ਫੈਸਲੇ ਤੋਂ ਬਾਅਦ ਲੱਖਾਂ ਆਸਟ੍ਰੇਲੀਅਨ ਕਾਮਿਆਂ ਨੂੰ ਪੇਡ ਡੋਮੈਸਟਿਕ ਵਾਇਲੈਂਸ ਤੱਕ ਪਹੁੰਚ ਦਿੱਤੀ ਜਾਵੇਗੀ।
ਇੱਕ ਅਸਥਾਈ ਫੈਸਲੇ ਵਿੱਚ ਫੇਅਰ ਵਰਕ ਕਮਿਸ਼ਨ FWC ਦੀ ਪੂਰੀ ਬੈਂਚ ਨੇ ਫੈਸਲਾ ਸੁਣਾਇਆ ਹੈ ਕਿ ਕਾਮਿਆਂ ਨੂੰ ਉਹਨਾਂ ਦੀ ਤਨਖਾਹ ਦੀ ਆਧਾਰ ਦਰ ਤੇ ਹਰ ਸਾਲ 10 ਦਿਨ ਦੀ ਪਰਿਵਾਰਕ ਅਤੇ ਘਰੇਲੂ ਹਿੰਸਾ FDV ਛੁੱਟੀ ਦੇ ਯੋਗ ਹੋਣਾ ਚਾਹੀਦਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਇੱਕ ਸਰਵ ਵਿਆਪਕ ਅਤੇ ਨਿਰੰਤਰ ਸਮਾਜਿਕ ਸਮੱਸਿਆ ਹੈ, ਜਦੋਂ ਕਿ ਮਰਦ ਵੀ FDV ਦਾ ਅਨੁਭਵ ਕਰ ਸਕਦੇ ਨੇ। ਅਜਿਹੀ ਹਿੰਸਾ ਔਰਤਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੀ ਹੈ। ਇਹ ਇੱਕ ਲਿੰਗੀ ਘਟਨਾ ਹੈ। ਵਰਤਮਾਨ ਵਿੱਚ ਸਾਰੇ ਆਸਟ੍ਰੇਲੀਅਨ ਕਾਮੇ ਨੈਸ਼ਨਲ ਇੰਪਲੋਇਮੈਂਟ ਸਟੈਂਡਰਡਸ NES ਦੇ ਤਹਿਤ ਹਰ ਸਾਲ 5 ਦਿਨ ਦੀ ਅਦਾਇਗੀ ਰਹਿਤ FDV ਛੁੱਟੀ ਦੇ ਹੱਕਦਾਰ ਨੇ। FWC ਦਾ ਫੈਸਲਾ ਆਧੁਨਿਕ ਸਹੂਲਤਾਂ ਦੇ ਤਹਿਤ ਰੋਜ਼ਗਾਰ ਪ੍ਰਾਪਤ 2.6 ਮਿਲੀਅਨ ਆਸਟ੍ਰੇਲੀਆ ਨੂੰ ਤੁਰੰਤ ਪ੍ਰਭਾਵਿਤ ਕਰੇਗਾ, ਜੋ ਕਿ NES ਦੇ ਸਿਖਰ ਤੇ ਹੱਕ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਸਾਰੇ ਸੰਭਾਵਤ ਤੌਰ ਤੇ ਕਰਮਚਾਰੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਜਾਵੇਗੀ। ਅੰਕੜਿਆਂ ਦੇ ਅਨੁਸਾਰ FWC ਨੇ ਫੈਸਲਾ ਲੈਣ ਵਿੱਚ ਵਿਚਾਰ ਕੀਤਾ ਹੈ ਕਿ 4 ਆਸਟ੍ਰੇਲੀਆਈ ਔਰਤਾਂ ਵਿੱਚੋਂ 1 ਅਤੇ 13 ਪੁਰਸ਼ਾਂ ਵਿੱਚੋਂ 1 ਨੂੰ 15 ਸਾਲ ਦੀ ਉਮਰ ਤੋਂ FDV ਦਾ ਅਨੁਭਵ ਹੋਵੇਗਾ, ਜਿਸ ਨਾਲ ਅਵਿਵਸਥਾ ਦੀ ਉਪਾਦਕਤਾ ਵਿੱਚ ਅਰਬਾਂ ਡਾਲਰ ਦਾ ਨੁਕਸਾਨ ਹੋਵੇਗਾ। FDV ਦਾ ਕੋਈ ਤਜਰਬਾ ਨਾ ਰੱਖਣ ਵਾਲੀ ਔਰਤ ਦੀ ਤੁਲਨਾ ਵਿੱਚ ਇਸ ਦਾ ਅਨੁਭਵ ਕਰਨ ਵਾਲੀਆਂ ਔਰਤਾਂ ਦਾ ਕੰਮ ਇਤਿਹਾਸ ਵਿੱਚ ਵਧੇਰੇ ਪ੍ਰਭਾਵਿਤ ਹੋਇਆ ਹੁੰਦਾ ਹੈ। ਉਹਨਾਂ ਦੀ ਨਿੱਜੀ ਆਮਦਨ ਘੱਟ ਹੁੰਦੀ ਹੈ, ਉਹਨਾਂ ਨੂੰ ਅਕਸਰ ਨੌਕਰੀਆਂ ਬਦਲਣੀਆਂ ਪੈਂਦੀਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਕੈਨੇਡਾ ਦੇ ਸਭ ਤੋਂ ਵੱਡੀ ਲਾਗਤ ਨਾਲ ਬਣਨ ਵਾਲੀ ਹਾਈ ਫ੍ਰੀਕੁਐਂਸੀ ਰੇਲ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕਿਊਬੈਕ ਅਤੇ ਟੋਰਾਂਟੋ ਵਿਚਕਾਰ ਆਵਾਜਾਈ ਵਿੱਚ ਕ੍ਰਾਂਤੀ ਲਿਆਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਬਜਟ 2022 ਵਿੱਚ ਇਸ ਨਵੀਂ ਰੇਲ ਸੇਵਾ ਦੀ ਖਰੀਦ 'ਚ ਅਗਲੇ ਪੜਾਅ 'ਚ ਸਹਾਇਤਾ ਲਈ $400 ਮਿਲੀਅਨ ਦੇ ਨਿਵੇਸ਼ ਦੀ ਗੱਲ ਵੀ ਆਖੀ ਹੈ। I'm sure many of you have heard of our high-frequency rail project that will revolutionize transportation between Quebec City and Toronto. This project will make transportation even more efficient, affordable, and green for millions of Canadians. And with Budget 2022, we are taking even more steps to advance this important project. This budget will provide nearly $400 million to support the next phases in the procurement of this new rail service. A rail service that will offer faster trains with shorter travel times, more frequent trips, more reliable on-time performance, and more direct routes. Combined with funding from last year's budget, we already invested close to $1 billion. High-frequency rail will represent the biggest investment in passenger rail in Canada's history. Le train à grande fréquence représente le plus grand investissement au Canada. And I know how excited people are about this project. So let's all continue to work together to make it a reality. ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।